ਉੱਡਦੀਆਂ ਪੰਜ ਕੱਕਿਆਂ ਦੀ ਓਟ ਹੇਠਾਂ ਛਿੱਦ ਤਾਂ ਉੱਠੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ। ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ, ਬਦੀਆਂ ਦੇ ਖੇਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ। ਬਾਜਾਂ ਦੇ ਭੂਸਲ ਖੰਭ ਤੋਂ ਝੜਦੇ ਨੇ ਉੱਥੇ ਫਲਸਫੇ, ਤੇ ਬਹਿੰਦੀਆਂ ਨੇ ਕੋਰੀਆਂ ਰੁੱਤਾਂ ਪਲਾਥੀ ਮਾਰ ਕੇ। ਤਰਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ, ਰੋਹੀ ਦੇ ਰਾਗੀ ਬਾਬਰੇ ਝੂਮਣ ਸੁਰਾਂ ਦੀ ਤਾਰ ਤੇ। ਜਦ ਵੀ ਇਹ ਆਉਣਾ ਬੱਕੀਆਂ ਨੇ ਸੀਸ ਲੈ ਕੇ ਬਾਪ ਦਾ, ਕਾਲੇ ਸਿਆਹ ਪੈਂਡਿਆਂ ਨੂੰ ਚਾਨਣਾ ਚ ਰੰਗਣਾ। ਰੇਤਾ ਵੀ ਭਰ ਕੇ ਚੁੰਗੀਆਂ ਪਾਉਣਾ ਦੇ ਉੱਤੇ ਬਹਿ ਗਿਆ ਕਿ ਆਖ ਦੇ ਕੇ ਸਤਿਗੁਰਾਂ ਅੱਜ ਵਣਾ ਚੋਂ ਲੰਘਣਾ। ਜਦ ਪੀਂਦੀਆਂ ਤਾਂ ਅੱਕ ਦੇ ਡੋਡੇ ਦਾ ਹੀ ਰਸ ਪੀਂਦੀਆਂ, ਜਦ ਲਾਉਂਦੀਆਂ ਸਰਾਣਾ ਇਹ ਟਿੰਡ ਦਾ ਹੀ ਲਾਉਂਦੀਆਂ। ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾਂ ਪੁੜਦੀਆਂ, ਮਾਛੀਵਾੜੇ ਦੇ ਜੰਗਲਾਂ 'ਚ ਖਾਲਸਾਈ ਮਸਤੀਆਂ। ਨਿਰਭੈ ਹੈ ਸ਼ਾਹਕਾਰ ਹੈ ਤੀਰਾਂ ਦਾ ਉਹ ਆਕਾਰ, ਜੋ ਕੇਵਲ ਵਿਨਾਸ਼ਕ ਹੀ ਨਹੀਂ ਨਵਰੁੱਤ ਦੀ ਟਕਸਾਲ ਹੈ। ਕਲਮ ਹੈ ਜਿਸਮ ਦੀ ਨੋਕ 'ਚੋਂ ਸੁਰਖੀ, ਜੋ ਖਿੰਡਗੀ ਬੇਲੋਏ ਵਗ ਰਹੇ ਪਾਣੀ ਉਹਨਾਂ ਦੇ ਕਿਣਕਿਆਂ ਦੀ ਝਾਲ ਹੈ। ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ, ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦੁਆਰ ਹੈ। ਪਾਣੀ ਦੇ ਕੱਚ 'ਚ ਉਸਰੇ ਧੁੱਪਾਂ ਦੇ ਬੁੱਤ ਹੀ ਤਖਤ ਨੇ, ਸੂਰਜ ਦਾ ਚਾਨਣ ਹੱਦ ਹੈ, ਕੁਲ ਜਗਤ ਹੀ ਪਰਿਵਾਰ ਹੈ। ਇਹ ਕਿਸ ਦਾ ਜੁੱਸਾ ਲਿਸ਼ਕਦਾ ਜਿਹੜਾ ਸਾਡੇ ਵਿਹੜਿਆਂ ਦੀ ਧੁੱਪ 'ਚੋਂ, ਇਹ ਕਿਸ ਦਾ ਚੋਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ। ਉਹ ਕੌਣ ਸੀ ਜਿਸ ਦੇ ਮਗਰ ਤੁਰ ਪੈ ਸੀ ਪੈੜਾਂ ਪੂਜਦੇ, ਕਲੰਗੀ ਨਗਾਰਾ ਚਾਨਣੀ ਝੰਡੇ ਤਖਤ ਕਰਵਾਨ ਬਈ। ਗੋਬਿੰਦ ਹੀ ਸਾਡਿਆਂ ਆਜ਼ਾਦ ਸਾਹਾਂ ਦੀ ਲੜੀ, ਗੋਬਿੰਦ ਹੀ ਸਾਡੀ ਜ਼ਬਾਂ ਤੇ ਸਭ ਤੋਂ ਉੱਚਾ ਵਾਕ ਹੈ। ਗੋਬਿੰਦ ਹੀ ਸੁੱਕਾ ਸਖਤ, ਗੋਬਿੰਦ ਹੀ ਤਰ ਮਖਮਲੀ, ਗੋਬਿੰਦ ਅੱਕ ਸੰਦਲ ਹਵਾ। ਠੂਠਾ ਸਿੰਘਾਸਣ ਖਾਕ ਹੈ, ਠੂਠਾ ਸਿੰਘਾਸਣ ਖਾਕ ਹੈ। ਹਰਮਨਜੀਤ ਠੋਕਦਾ ਵੱਡਾ ਦਿਨ ਹੈ ਅੱਜ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਬਾਰੇ। 21 ਅਕਤੂਬਰ 1914 ਨੂੰ ਹੌਪਕਿੰਸਨ ਨੇ ਦੇ ਉਹਦੇ ਕੀਤੇ ਦੀ ਸਜ਼ਾ ਸਰਾ ਮੇਵਾ ਸਿੰਘ ਲੋਪੋਕੇ ਨੇ ਦਿੱਤੀ। ਯਾਦ ਰੱਖਿਆ ਕਰੋ ਕੁਰਬਾਨੀਆਂ ਨੂੰ, ਤਾਂ ਹੀ ਅੱਜ ਚੜ੍ਹਦੀ ਕਲਾ 'ਚ ਫਿਰਦੇ ਆ ਇਸ ਦੇਸ਼ ਦੇ ਵਿੱਚ, ਤਾਂ ਹੀ ਅੱਜ ਇਲੈਕਸ਼ਨਾਂ 'ਚ ਤੁਰੇ ਫਿਰਦੇ ਨੇ ਕੈਂਡੀਡੇਟ। ਹੈ ਯਾਦ ਕਿਸੇ ਨੂੰ? ਪੰਜਾਬ ਚੱਲਦੇ ਆ ਤੇ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਹੋਣਾ ਦੇ ਨਾਲ ਗੱਲਬਾਤ ਚੱਲੇਗੀ। ਸਰਾ ਨਵਕਿਰਨ ਸਿੰਘ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਫਿਰ ਆਖਰ ਕੈਪਟਨ ਉਹਨਾਂ ਨੇ ਬਿੱਲ ਲੈ ਆਂਦਾ, ਤੇ ਬਿੱਲ ਦੇ ਵਿੱਚ ਕੀ ਹੈ ਜਿਹੜਾ ਕੋਈ ਫਾਇਦਾ ਦੇ ਸਕਦਾ? ਪਹਿਲੀ ਗੱਲ ਇੱਥੋਂ ਹੀ ਤੋੜਦੇ ਹਾਂ ਜੀ। ਗਿੱਲ ਸਾਹਿਬ ਦੇਖੋ, ਜਿਹੜਾ ਬਿੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਿਆਂਦਾ, ਉਹ ਬਿੱਲ ਕੇਂਦਰ ਦੀ ਪੈੜ 'ਚ ਪੈਰ ਹੀ ਜਿਹੜਾ ਉਹਨਾਂ ਨੇ ਧਰਿਆ ਹੈਗਾ। ਹਕੀਕੀ ਰੂਪ ਦੇ ਵਿੱਚ ਬਿੱਲ 'ਚ ਜਿਹੜਾ ਕੁਝ ਨਹੀਂ ਹੈ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਕੁਝ ਸੰਵਰਦਾ ਹੋਵੇ। ਬਿੱਲ ਦੇ ਵਿੱਚ ਇਹਨਾਂ ਨੇ ਕਿਹਾ ਵੀ MSP ਤੋਂ ਘੱਟ ਦੇ ਉੱਤੇ ਜਿਹੜਾ ਖਰੀਦ ਕਰੂ 3 ਸਾਲ ਦੀ ਸਜ਼ਾ, ਲੇਕਿਨ MSP ਤੋਂ ਘੱਟ ਕੋਈ ਖਰੀਦ ਕਰੂ ਕਿ MSP ਤੇ ਵੀ ਨਹੀਂ ਕਿਸੇ ਨੇ ਖਰੀਦ ਕਰਨੀ, ਜਿਹੜੀ ਹਾਲਤ ਬਣੀ ਹੋਈ ਹੈ। ਤਾਂ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਹੋਰੀ 2-3 ਚੀਜ਼ਾਂ ਲਿਆ ਸਕਦੇ ਸੀ ਜੇ ਉਹ ਚਾਹੁੰਦੇ ਤਾਂ। ਉਹ ਇਹ ਲਿਆ ਸਕਦੇ ਸੀ ਕਿ MSP ਤੋਂ ਘੱਟ ਤੇ ਜਿਹੜਾ ਕੋਈ ਵੀ ਖਰੀਦ ਕਰੂ ਉਹਨੂੰ 3 ਸਾਲ ਦੀ ਸਜ਼ਾ, ਔਰ ਜਿਹੜਾ ਦਾਣਾ ਬਚੂ ਉਹ ਕੇਂਦਰ ਸਰਕਾਰ ਖਰੀਦੇ, ਤੇ ਕੇਂਦਰ ਸਰਕਾਰ ਜਿੰਨੀ ਘੱਟ ਕੀਮਤ ਦੇਊਗੀ MSP ਤੋਂ ਉਹ ਪੰਜਾਬ ਸਰਕਾਰ ਪੂਰੀ ਕਰੂਗੀ। ਜਾਂ ਉਹਨਾਂ ਕੋਲ ਆਪਸ਼ਨ ਇਹ ਸੀ, ਉਹ ਕਹਿੰਦੇ ਕਿ ਅਸੀਂ ਖਰੀਦਾਂਗੇ MSP ਦੇ ਉੱਤੇ। ਉਸ ਤੋਂ ਬਾਅਦ ਉਹ ਪੰਜਾਬ ਸਰਕਾਰ ਖਰੀਦਦੀ ਤੇ ਭਾਰਤ ਸਰਕਾਰ ਨੂੰ ਪੁੱਛਦੀ ਵੀ ਤੁਸੀਂ ਸਭ ਤੋਂ ਲੈਣੀ ਹੈ, ਜੇ ਨਹੀਂ ਲੈਣੀ ਤਾਂ ਵਾਘੇ ਵਾਲਾ ਬਾਰਡਰ ਖੋਲ੍ਹੋ, ਅਸੀਂ ਪਾਕਿਸਤਾਨ ਨੂੰ ਵੇਚਾਂਗੇ, ਅਸੀਂ ਅਫਗਾਨਿਸਤਾਨ ਨੂੰ ਵੇਚਾਂਗੇ। ਉਹ ਤਿਆਰ ਬੈਠੇ ਲੈਣ ਨੂੰ ਪੰਜਾਬ ਤੋਂ ਕਿ ਤਾਂ ਸਾਡੇ ਨਾਲ ਵਾਕਿਆ ਗੱਲ ਹੈ। ਇਹਦੇ ਨਾਲ ਜਿੱਥੇ ਫੈਡਰਲਿਜ਼ਮ ਦਾ ਮਸਲਾ ਸੀ, ਫੈਡਰਲਿਜ਼ਮ ਦਾ ਜਿਹੜਾ ਸਟਰਕਚਰ ਹੈ ਉਸ ਨੂੰ ਮਜ਼ਬੂਤ ਕਰਨ ਦਾ ਸਵਾਲ ਸੀ, ਉੱਥੇ ਨਾਲ ਗੁਆਂਢੀ ਦੇਸ਼ ਦੇ ਨਾਲ ਸਾਰੇ ਸੰਬੰਧ ਸੁਧਰਨ ਦਾ ਵੀ ਸਵਾਲ ਸੀ। ਸੋ ਕੈਪਟਨ ਅਮਰਿੰਦਰ ਸਿੰਘ ਇੱਥੇ ਫਿਰ ਸਾਬਤ ਹੋਇਆ, ਔਰ ਉਹਨੇ ਲਿਸ਼ਕ ਪੁਸ਼ਕ ਕੇ ਜਿਹੜਾ ਬਿੱਲ ਹੈਗਾ ਉਹ ਕੇਂਦਰ ਵਾਲੇ ਨੂੰ ਹੀ ਪੰਜਾਬ ਦੇ ਵਿੱਚ ਲਿਆਂਦਾ ਗਾ। ਸਿਰਫ ਪੁਰਾਣੀ ਸ਼ਰਾਬ ਆ ਜਿਹੜੀ ਉਹ ਨਵੀਂ ਬੋਤਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਹੈ, ਔਰ ਇਸ ਮਸਲੇ ਦੇ ਵਿੱਚ ਉਹਨਾਂ ਦਾ ਸਾਥ ਅਕਾਲੀਆਂ ਨੇ ਵੀ ਦਿੱਤਾ ਹੈ, ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਦਿੱਤਾ, ਵੈਸ ਭਰਾਵਾਂ ਨੇ ਵੀ ਦਿੱਤਾ ਹੈ। ਅੱਜ ਉਹ ਬਦਲ ਕੇ ਗਿੱਲ ਸਾਹਿਬ, ਆਪਾਂ ਤਾਂ ਕੱਲ ਹੀ ਕਹਿਤਾ ਸੀ ਕਿ ਇਹ ਜਿਹੜਾ ਬਿੱਲ ਹੈ, ਇਹ ਬਿੱਲ ਕੋਈ ਬਹੁਤਾ ਵੱਡਾ ਫਰਕ ਨਹੀਂ ਹੈ ਕੇਂਦਰ ਦੇ ਨਾਲੋਂ। ਅੱਜ ਗਿੱਲ ਸਾਹਿਬ ਕੀ ਹੋਇਆ ਕਿ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਸੀ, ਕਹਿੰਦਾ ਜੀ ਇਹ ਬਿੱਲ ਆ ਜਿਹੜਾ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ। ਕੱਲ ਹਰਪਾਲ ਚੀਮਾ ਤੇ ਆਮ ਆਦਮੀ ਪਾਰਟੀ ਦੇ MLA ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਸੀ, ਕਹਿੰਦੇ ਜੀ ਇਹ ਬਿੱਲ ਤਾਂ ਅਸੀਂ ਤੁਹਾਡੇ ਨਾਲ। ਅੱਜ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਉਹੀ ਵਿਧਾਇਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਇਹ ਬਿੱਲ ਆ ਜਿਹੜਾ ਉਹ ਕਿਸਾਨਾਂ ਦੇ ਹਿੱਤ 'ਚ ਨਹੀਂ। ਇਹ ਕੈਪਟਨ ਅਮਰਿੰਦਰ ਸਿੰਘ ਨੇ
ਇੱਕ ਸਾਜ਼ਿਸ਼ ਖੇਲੀ ਹੈ। ਕੱਲ ਅਕਾਲੀ ਦਲ ਵਾਲੇ ਵੀ ਨਾਲ ਖੜੇ ਸੀ, ਸਰਬਜੀਤ ਢਿੱਲੋਂ ਮੋਢੇ ਨਾਲ ਮੋਢਾ ਲਾਈ ਖੜਾ ਸੀ ਕੈਪਟਨ ਅਮਰਿੰਦਰ ਸਿੰਘ ਤੇ। ਤਸਵੀਰਾਂ ਅੱਜ ਵੀ ਦੇਖ ਸਕਦੇ। ਅੱਜ ਵਿਕਰਮਜੀਤ ਮਜੀਠੀਆ ਬਿਆਨ ਦੇ ਰਿਹਾ ਸੀ, ਉਹ ਕਹਿੰਦਾ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਮਿਲੇ ਹੋਏ ਨੇ ਦੋਨੇ, ਔਰ ਇਹ ਬਿੱਲ ਜਿਹੜਾ ਇਹਨਾਂ ਨੇ ਲਿਆਂਦਾ ਉਹ ਬਿੱਲ ਇੱਕ ਸਾਜ਼ਿਸ਼ ਹੈ। ਤਾਂ ਇੱਕ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹਨਾਂ ਦੇ ਸਟੈਂਡ ਬਦਲ ਗਏ, ਔਰ ਇਸ ਮਸਲੇ ਦੇ ਉੱਤੇ ਜਿਹੜਾ ਸਥਿਤੀ ਹੈ ਉਹ ਸਥਿਤੀ ਉਜਾਗਰ ਕਰਦੀ ਹੈ ਗਿੱਲ ਸਾਹਿਬ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਨਾਲ ਸਿੱਧਾ ਆਡਾ ਲਾਉਣ ਦੇ ਲਈ ਤਿਆਰ ਨਹੀਂ ਹੈ। ਰਾਹੁਲ ਗਾਂਧੀ ਉਹਨੂੰ ਕਹਿ ਗਿਆ ਕਿ ਤੁਸੀਂ ਜਿਹੜਾ ਬਿੱਲ ਆ ਉਹ ਲੈ ਆਓ। ਕਿਸਾਨਾਂ ਨੇ ਗੱਲ ਤੇ ਗੋਡਾ ਧਰ ਕੇ ਕੈਪਟਨ ਅਮਰਿੰਦਰ ਨੇ, ਜਿਵੇਂ ਹਰਸਿਮਰਤ ਦਾ ਅਸਤੀਫਾ ਦਵਾਇਆ, ਗੱਲ ਤੇ ਗੋਡਾ ਧਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਵੀ ਬਿੱਲ ਲੈ ਕੇ ਆ ਵਿਧਾਨ ਸਭਾ 'ਚ। ਉਹ ਬਿੱਲ ਲੈ ਕੇ ਆਇਆ, ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਲੇਕਿਨ ਜਿਹੜਾ ਉਹ ਬਿੱਲ ਲੈ ਕੇ ਆਇਆ, ਬਿੱਲ ਸਰਕਾਰੀ ਸ਼ਬਦ ਹੀ ਨਹੀਂ ਹੈ। ਸਰਕਾਰੀ ਖਰੀਦ 3 ਬਿੱਲ ਜਿਹੜੇ ਲੈ ਕੇ ਆ, 3 ਬਿੱਲਾਂ 'ਚ ਕਿਤੇ ਸ਼ਬਦ ਨਹੀਂ ਹੈ ਸਰਕਾਰੀ ਕੋਈ ਚੀਜ਼ ਹੁੰਦੀ ਹੈ। ਔਰ MSP ਦੀ ਗੱਲ ਕਰਦਾ, ਉਹ MSP ਤੈਅ ਕੌਣ ਕਰੂਗਾ? ਇਹ ਕਿਤੇ ਜ਼ਿਕਰ ਨਹੀਂ ਹੈ। ਕੇਂਦਰ ਨੇ MSP ਤੈਅ ਕਰਨੀ ਵੀ ਬੰਦ ਕਰਤੀ, ਫਿਰ ਕੈਪਟਨ ਅਮਰਿੰਦਰ ਸਿੰਘ ਕਿਹੜਾ ਕਾਨੂੰਨ ਉਹਦਾ ਕਿੱਧਰ ਜਾਊ 3 ਸਾਲ ਦੀ ਸਜ਼ਾ। ਸੋ ਇਸ ਕਰਕੇ ਇਹ ਜਿਹੜੀ ਸਥਿਤੀ ਹੈ, ਸਥਿਤੀ ਦੇ ਵਿੱਚ ਜਿਹੜਾ ਬਿੱਲ ਲਿਆਂਦਾ ਗਿਆ ਉਹ ਬਿੱਲ ਹਕੀਕੀ ਰੂਪ ਦੇ ਵਿੱਚ ਪੰਜਾਬ ਦਾ ਭਲਾ ਨਹੀਂ ਕਰ ਸਕਦਾ। ਪਰ ਇੱਕ ਗੱਲ ਜ਼ਰੂਰ ਇੱਥੇ ਚੰਗੀ ਹੈ, ਇੱਕ ਗੱਲ ਜ਼ਰੂਰ ਜ਼ਿਕਰ ਕਰਨਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਇਹ ਮੁਹਾਜ਼ ਬਣਿਆ, ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਆਵਾਜ਼ ਉੱਠੀ, 117 MLA ਤੇ 115 MLA ਦੀ ਆਵਾਜ਼ ਪੂਰੇ ਦੇਸ਼ ਗੂੰਜੀ, ਉਹ ਇੱਕ ਚੰਗਾ ਕਦਮ ਹੈ। ਇਹਦੇ ਨਾਲ ਬਾਕੀ ਸੂਬਿਆਂ ਨੂੰ ਜਿਹੜਾ ਉਹ ਹਲਾਰਾ ਮਿਲੂਗਾ। ਬਿਹਾਰ 'ਚ ਚੋਣਾਂ ਨੇ, ਉੱਥੇ ਵੀ ਇੱਕ ਆਵਾਜ਼ ਗਈ ਹੈ। ਰਾਜਸਥਾਨ ਦੇ ਵਿੱਚ ਵੀ ਪਤਾ ਲੱਗਿਆ ਕਿ ਬਿੱਲ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉੱਥੋਂ ਦੀ ਵਿਧਾਨ ਸਭਾ ਉਹ ਵੀ ਬਿੱਲ ਲਿਆ ਸਕਦੀ ਹੈ। ਅਰਵਿੰਦ ਕੇਜਰੀਵਾਲ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਹੋਰਾ ਮਾਰਿਆ ਵੀ ਤੂੰ ਬਿੱਲ ਲੈ ਕੇ ਆਓ। ਤੁਸੀਂ ਦਿੱਲੀ ਤੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਉੱਥੇ ਤੁਹਾਡੀ ਬਹੁਮਤ ਹੈ, ਉੱਥੇ ਤੁਸੀਂ ਬਿੱਲ ਲਿਆਓ, ਫਿਰ ਇਦੋਂ ਚੰਗਾ ਲਿਆਓ। ਸੋ ਇਸ ਕਰਕੇ ਇੱਕ ਗਿੱਲ ਸਾਹਿਬ ਚੰਗੀ ਖਬਰ ਗਈ ਹੈ ਪੰਜਾਬ ਤੋਂ ਕਿ ਪੰਜਾਬ ਅੱਜ ਵੀ ਜਿਹੜਾ ਪੰਜਾਬ ਦੀ, ਚਾਹੇ ਉਹ ਕਿਸਾਨ ਜਥੇਬੰਦੀਆਂ ਦਾ ਦਬਾਅ ਕਹਿ ਲਾਂਗੇ, ਅਕਾਲੀਆਂ ਤੇ ਵੀ ਦਬਾਅ, ਕਾਂਗਰਸ ਤੇ ਵੀ ਦਬਾਅ ਨਹੀਂ, ਇਹ ਤਾਂ ਕਿੱਥੋਂ ਸਰਕਾਰੀ ਪਾਰਟੀਆਂ ਇਹਦਾ ਸਟੈਂਡ ਲੈ ਸਕਦੀਆਂ ਨਹੀਂ। ਤੂੰ ਦਬਾਅ ਸਕਦੇ ਆ ਕਿ ਅੱਜ ਫਿਰ ਪੂਰੇ ਦੇਸ਼ 'ਚ ਆਵਾਜ਼ ਗੂੰਜੀ ਹੈ ਕਿ ਜੇ ਕੋਈ ਜਿਉਂਦਾ ਹੈ, ਜੇ ਕੋਈ ਖੜਾ ਹੈ, ਜੇ ਕੋਈ ਨਿਡਰਤਾ ਦੇ ਨਾਲ ਨਰਿੰਦਰ ਮੋਦੀ ਦਾ ਰਾਹ ਰੋਕ ਰਿਹਾ ਤਾਂ ਉਹ ਪੰਜਾਬ ਹੈ। ਪੰਜਾਬ ਨੇ ਅੱਜ ਫਿਰ ਸਬੂਤ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦੀ ਇਹ ਧਰਤੀ ਹੈ ਜਿੱਥੋਂ ਚਾਂਦਨੀ ਚੌਕ ਦੇ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਜੀ ਨੇ ਉਸ ਵਕਤ ਕੁਰਬਾਨੀ ਦਿੱਤੀ। ਅੱਜ ਫਿਰ ਪੰਜਾਬ ਦਿੱਲੀ ਦੇ ਵਿੱਚ ਕੁਰਬਾਨੀ ਦੇਣ ਦੇ ਲਈ ਬਾਂਹ ਉੱਚੀ ਕਰੀ ਖੜਾ ਹੈ। ਜੀ ਗਿੱਲ ਸਾਹਿਬ। ਅੱਛਾ, ਹੁਣ ਕੱਲ੍ਹ ਦੀਆਂ ਫੋਟੋਆਂ ਜਦ ਦੇਖੀਆਂ ਨੇ, ਨਾਲ ਖੜੇ ਨੇ ਇਹ ਸਾਰੇ ਰਾਜਨੀਤਿਕ ਬੰਦੇ, ਤੇ ਹੁਣ ਰਾਤੋਂ ਰਾਤ ਇਸ ਗੱਲ ਤੋਂ ਭੱਜ ਗਏ। ਕਾਰਨ ਉਹਦਾ ਕੀ? ਕਿਉਂਕਿ ਜਿਹੜਾ ਬਿੱਲ ਲਿਆਂਦਾ ਹੈ, ਬਿੱਲ ਦੇ ਵਿੱਚ ਵੀ ਜਾਨ ਹੈ ਨਹੀਂ। ਅੱਛਾ, ਹੁਣ ਇਹ ਦੱਸਿਓ ਕਿ ਕਿਸਾਨਾਂ ਦੇ ਇਸ ਸੰਘਰਸ਼ ਦੇ ਨੇ ਇਸ ਬਿੱਲ ਨੂੰ ਕਿਵੇਂ ਲਿਆ? ਉਹਨਾਂ ਦੇ ਅਗਲੀ ਰੂਪ ਰੇਖਾ ਜਿਹੜੀ ਉਹ ਕੀ ਉਲੀਕੀ? ਜੀ ਗਿੱਲ ਸਾਹਿਬ, ਬਾਕੀ ਅੱਜ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਜਿਹੜੀ ਕਿਸਾਨ ਜਥੇਬੰਦੀ ਥੋੜਾ ਅਲੱਗ ਹੋ ਗਈ ਸੀ, ਲੀਹ ਪਾਰਟੀ ਸੀ, ਉਹ ਵੀ ਅੱਜ ਵਿੱਚ ਜਾ ਬੈਠੀ ਮੀਟਿੰਗ ਤੇ। ਔਰ ਇਕੱਠੀ ਮੀਟਿੰਗ ਜਿਹੜੀ ਤਾਲਮੇਲ ਕਮੇਟੀ ਦੀ ਹੋਈ, ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿੱਲ ਆ ਜਿਹੜਾ ਉਹ ਸਾਡੀਆਂ ਉਮੀਦਾਂ ਅਨੁਸਾਰ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਜਿਹਾ ਬਿੱਲ ਅਸੀਂ ਚਾਹੁੰਦੇ ਸੀ ਇਹ ਉਹੋ ਜਿਹਾ ਬਿੱਲ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਅੰਸ਼ਿਕ ਜਿੱਤ ਹੈ, ਔਰ ਜਿਹੜੀ ਇਹ ਜਿੱਤ ਹੈ ਉਹ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਬਦੌਲਤ ਹੈ। ਉਹਨਾਂ ਨੇ ਕਿਹਾ ਕਿ ਸੰਘਰਸ਼ ਅਸੀਂ ਵਾਪਸ ਨਹੀਂ ਲਵਾਂਗੇ, ਸੰਘਰਸ਼ ਬਾਅਦ ਦਸਤੂਰ ਜਾਰੀ ਰਹੂਗਾ। ਪੈਟਰੋਲ ਪੰਪ ਜਿਹੜੇ ਰਿਲਾਇੰਸ ਦੇ ਸਾਰ ਦੇ ਉਹਨਾਂ ਦੇ ਘਰਾਓ ਉਵੇਂ ਜਿਵੇਂ ਰਹਿਣਗੇ, ਜਿੰਨੇ ਟੋਲ ਪਾਉਂਦੇ ਨੇ ਉਵੇਂ ਜਿਵੇਂ ਕਰਨੇ ਰਹਿਣਗੇ, ਔਰ ਉੱਥੋਂ ਦੀ ਫ੍ਰੀ ਦੇ ਵਿੱਚ ਵਹੀਕਲ ਨੇ ਜਿਹੜੇ ਉਹ ਪਹਿਲਾਂ ਵਾਂਗ ਲੰਘਾਏ ਜਾਂਦੇ ਰਹਿਣਗੇ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਿਹੜੇ ਸ਼ਾਪਿੰਗ ਮਾਲ ਨੇ, ਮਲਟੀਨੈਸ਼ਨਲ ਕੰਪਨੀ ਦੇ, ਉਹਨਾਂ ਦੇ ਘਰਾਓ ਬਾਅਦ ਦਸਤੂਰ ਜਾਰੀ ਰਹਿਣਗੇ। ਥੋੜਾ ਜਿਹਾ ਗਿੱਲ ਸਾਹਿਬ ਇੱਕ ਪਾਇਆ ਕਿ ਰੇਲਵੇ ਲਾਈਨਾਂ ਦੇ ਉੱਤੇ ਧਰਨੇ ਤਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ 3 ਤਰ੍ਹਾਂ ਦੀਆਂ ਰੇਲ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਲੰਘਾਇਆ ਜਾਊਗਾ। ਇੱਕ ਤਾਂ ਕੋਲੇ ਵਾਲੀਆਂ, ਇੱਕ ਰੇਹ ਵਾਲੀਆਂ ਜਿਹੜੀਆਂ ਖਾਦ DAP ਆਉਣੀ ਹੈ ਕਣਕ ਬੀਜਣ ਦੇ ਲਈ, ਤੇ ਇੱਕ ਜਿਹੜਾ ਬਾਰਦਾਨਾ ਆਉਣਾ ਗਾ ਝੋਨੇ ਦੀਆਂ ਬੋਰੀਆਂ ਭਰਨ ਦੇ ਲਈ, ਚੌਲ ਭਰਨ ਦੇ ਲਈ, ਔਰ ਇੱਧਰੋਂ ਜਿਹੜਾ ਝੋਨਾ ਜਾਣਾ ਗਾ ਤਾਂ ਕਿ ਇੱਥੇ ਫੜ ਖਾਲੀ ਹੋਣ ਔਰ ਉੱਥੇ ਨਵਾਂ ਝੋਨਾ ਗਾ ਜਿਹੜਾ ਬੋਰੀਆਂ ਉਹ ਲੱਗਣ। ਇਹ 3 ਚੀਜ਼ਾਂ ਨੂੰ ਛੋਟ 5 ਨਵੰਬਰ ਤੱਕ, ਉਹਦੀ ਵੀ ਡੇਟ ਫਿਕਸ ਉਹਨਾਂ ਨੇ ਕਰਤੀ ਕਿ 5 ਨਵੰਬਰ ਤੱਕ, ਜਦ ਤੱਕ ਸੀਜ਼ਨ ਚੱਲਣਾ ਹੈ ਝੋਨੇ ਦਾ, ਉਦੋਂ ਤੱਕ ਸਿਰਫ ਮਾਲ ਗੱਡੀਆਂ ਨੇ ਜਿਹੜੀਆਂ ਮਾਲ ਗੱਡੀਆਂ ਉਹ ਲੰਘਣਗੀਆਂ, ਕੋਈ ਪੈਸੇਂਜਰ ਟ੍ਰੇਨ ਨਹੀਂ ਚੱਲੂਗੀ। ਰੇਲਵੇ ਲਾਈਨਾਂ ਤੇ ਧਰਨੇ ਉਵੇਂ ਜਿਵੇਂ ਰਹਿਣਗੇ, ਥੋੜਾ ਪਾਸੇ ਬੈਠਣਗੇ
ਆ ਕੇ ਨਿਗਾਹ ਰੱਖੇ ਕਿ ਕੋਈ ਪੈਸੇਂਜਰ ਟ੍ਰੇਨ ਤਾਂ ਨਹੀਂ ਚੱਲ ਰਹੀ। ਸੋ ਇਹ ਫਰਕ ਹੈ ਜਿਹੜਾ ਪਾਇਆ ਗਾ ਸਿਰਫ ਮਾਲ ਗੱਡੀਆਂ ਦੇ ਮਸਲੇ ਵਿੱਚ। ਬਾਕੀ ਸੰਘਰਸ਼ ਉਹਨਾਂ ਦਾ ਪਹਿਲਾਂ ਦੀ ਤਰ੍ਹਾਂ ਹੀ ਉਸੇ ਨਾਲ, ਉਸੇ ਰੋਹ ਦੇ ਨਾਲ, ਉਸੇ ਜੋਸ਼ ਨਾਲ, ਉਸੇ ਹੌਸਲੇ ਦੇ ਨਾਲ ਜਾਰੀ ਰਹੇਗਾ ਜੀ। ਅੱਛਾ, ਬੀਜੇਪੀ ਨੇ ਕੁਛ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਅਸਤੀਫੇ ਤੇ ਅਸਤੀਫੇ ਦੇਈ ਜਾਂਦੀ ਹੈ। ਕਿੱਧਰ ਨੂੰ ਜਾ ਰਹੀ ਹੈ ਗੱਲ? ਫਿਰ ਹੈ ਤਾਂ ਰਾਜਨੀਤੀ ਦੇ ਆਲੇ ਦੁਆਲੇ ਆ ਸਾਰਾ ਕੁਛ। ਬੀਜੇਪੀ ਇਹਦੇ ਤੇ ਫਿਰ ਕੀ ਕਰ ਰਹੀ ਹੈ? ਉਹਦੀ ਰਾਜਨੀਤੀ ਦਾ ਕੀ ਮੁਹਾਜ ਹੈ ਹੁਣ? ਦੇਖੋ ਗਿੱਲ ਸਾਹਿਬ, ਸਥਿਤੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਤਾਂ ਇਹ ਸੀਗਾ 3 ਦਿਨ ਪਹਿਲਾਂ 18 ਮਾਰਦੇ ਸੀਗੇ ਕਿ 117 ਸੀਟਾਂ ਤੇ ਚੋਣ ਲੜਾਂਗੇ। ਇਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਵਾਲੇ ਭਾਜਪਾ ਵਾਲਿਆਂ ਨੂੰ ਕਿਸੇ ਤਰ੍ਹਾਂ ਅਕਾਲੀਆਂ ਨੇ ਦਬੀ ਰੱਖੇ, ਅਸੀਂ ਤਾਂ ਪਤਾ ਨਹੀਂ ਹੁਣ ਤੱਕ ਕੀ ਕਰ ਦਿੰਦੇ। ਸੋ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਅਸ਼ਵਨੀ ਸ਼ਰਮਾ, ਉਹ ਵੀ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਤਾਂ ਬਹੁਤ ਉਹਨਾਂ ਨੇ ਬੜਕਾ ਮਾਰੀਆਂ, ਲੇਕਿਨ ਜਦੋਂ ਗਿੱਲ ਸਾਹਿਬ ਇਹਨਾਂ ਦੇ ਘਰਾਂ ਦੇ ਹੋਵੇ ਘਰਾਓ, ਇਹ ਜਿੱਧਰ ਨੂੰ ਨਿਕਲਦੇ ਨੇ ਮੂਹਰੇ ਇਹਨਾਂ ਨੂੰ 6-6 ਫੁੱਟ ਲੰਬੀਆਂ ਲੈ ਕੇ ਮੁਸ਼ਤ ਫੁੱਟ ਗੱਭਰੂ ਦੀਦੇ ਨੇ ਨਾਅਰੇ ਮਾਰਦੇ, ਔਰ ਇਹਨਾਂ ਨੂੰ ਰਾਤ ਨੂੰ ਸੁਪਨੇ ਆਉਂਦੇ ਨੇ ਵੀ ਕਿਸਾਨਾਂ ਦਾ ਕਾਫਲਾ ਸਾਡੇ ਘਰ ਕਨੀ ਆਇਆ। ਤੇ ਉਦੋਂ ਬਾਅਦ ਇਹਨਾਂ ਦਾ ਨਿਕਲਣਾ ਬਾਹਰ ਘਰਾਂ ਤੋਂ ਦੁੱਬਰ ਹੋ ਗਿਆ। ਇਹਨਾਂ ਦੇ ਰਿਸ਼ਤੇਦਾਰ ਨਹੋਰੇ ਮਾਰਦੇ ਨੇ ਵੀ ਇਹ ਸਮਾਂ ਕੁਰਬਾਨੀ ਦਾ ਸੀ, ਇਹ ਸਮੇਂ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਹੋ ਔਰ ਕਿਸਾਨਾਂ ਦੇ ਵਿਰੋਧ 'ਚ ਖੜੇ ਹੋ। ਤਾਂ ਉਹ ਅਸਤੀਫਿਆਂ ਦੀਆਂ ਝੜੀਆਂ ਲੱਗ ਰਹੀਆਂ। ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡਾ ਆਗੂ, ਪੰਜਾਬ ਦਾ ਜਨਰਲ ਸੈਕਟਰੀ ਮਾਲਵਿੰਦਰ ਸਿੰਘ ਕੰਗ, ਉਹ ਅਸਤੀਫਾ ਦੇ ਗਿਆ ਗਿੱਲ ਸਾਹਿਬ। ਉਹਦੇ ਨਾਲ ਹੀ ਹੋਰ ਦਰਜਨਾਂ ਜਿਹੜੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ, ਕੋਈ ਜ਼ਿਲ੍ਹਾ ਪੱਧਰ ਦਾ, ਕੋਈ ਸਰਕਲ ਪੱਧਰ ਦਾ, ਕੋਈ ਬਲਾਕ ਪੱਧਰ ਦਾ, ਕੋਈ ਹਲਕਾ ਪੱਧਰ ਦਾ, ਉਹ ਅਸਤੀਫੇ ਦੇ ਰਹੇ ਨੇ। 2 ਵੱਡੇ ਵਿਅਕਤੀ ਨੇ ਜਿਹੜੇ ਮਹਾਰਾਸ਼ਟਰ ਦਾ ਇਹਨਾਂ ਦਾ ਮੰਤਰੀ ਸਾਬਕਾ, ਔਰ ਉਹ ਅਸਤੀਫਾ ਦੇ NCP ਵਾਲੇ ਪਾਸੇ ਨੂੰ ਜਾ ਰਿਹਾ। ਹਰਿਆਣੇ 'ਚ 2 ਵਾਰ MLA ਰਿਹਾ ਇੱਕ ਵਿਅਕਤੀ ਹੈ ਜਿਹੜਾ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਆ, ਉਹ ਅਸਤੀਫਾ ਦੇ ਗਿਆ ਕਿ ਖੇਤੀ ਆਰਡੀਨੈਂਸ ਲੋਕ ਵਿਰੋਧੀ ਨੇ, ਮੈਂ ਭਾਜਪਾ 'ਚ ਘੁੱਟਣ ਮਹਿਸੂਸ ਕਰ ਰਿਹਾ, ਅੱਜ ਮੈਂ ਜਾ ਰਿਹਾ। ਸੋ ਮਹਾਰਾਸ਼ਟਰ, ਹਰਿਆਣਾ ਤੇ ਪੰਜਾਬ 'ਚ ਤਾਂ ਗਰਾਊਂਡ ਲੈਵਲ ਦੇ ਉੱਤੇ ਤਾਂ ਅਸਤੀਫਿਆਂ ਦੀਆਂ ਝੜੀਆਂ ਹੀ ਲੱਗੀਆਂ ਹੋਈਆਂ ਭਾਜਪਾ ਵਾਲਿਆਂ ਦੀਆਂ। ਔਰ RSS ਦਾ ਕਿਸਾਨ ਬੈਂਕ ਆ ਜਿਹੜਾ, ਉਹਦੇ 'ਚ ਵੀ ਗਿੱਲ ਸਾਹਿਬ ਬਹੁਤ ਵੱਡੀ ਹਲਚਲ ਹੋ ਰਹੀ ਹੈ, ਕਿਉਂਕਿ RSS ਇਹਨਾਂ ਦੀ ਮਾਂ ਪਾਰਟੀ ਆ, ਨਾਗਪੁਰ ਤੋਂ BJP ਚੱਲਦੀ ਹੈ, ਔਰ ਉੱਥੋਂ RSS ਦੇ ਵਿੱਚ ਜਿਹੜੀ ਇਹਨਾਂ ਦਾ RSS ਕਿਸਾਨ ਬੈਂਕ ਆ, ਉਹ ਹਲਚਲ ਹੋ ਗਈ। ਉਹਦੇ 'ਚੋਂ ਵੀ ਅਸਤੀਫਿਆਂ ਦੀਆਂ ਝੜੀਆਂ ਆਉਣ ਵਾਲੇ ਦਿਨਾਂ 'ਚ ਲੱਗਣਗੀਆਂ। ਉਹਨਾਂ ਨੇ ਵੀ ਕਿਹਾ ਵੀ ਇਹ ਖੇਤੀ ਨੂੰ ਜਾਂ ਤਾਂ ਵਾਪਸ ਲੈ ਲਓ ਜਾਂ ਕਿਸਾਨ ਐਜੂਕੇਸ਼ਨ ਦਾ ਕੋਈ ਹੱਲ ਕਰ ਲਓ, ਨਹੀਂ ਤਾਂ ਸਥਿਤੀ ਆਪਣੇ ਹੱਥ ਦੇ ਵਿੱਚ ਨਹੀਂ। ਚੰਗਾ ਸੰਕੇਤ ਹੈ ਗਿੱਲ ਸਾਹਿਬ ਜੇ ਇਹਦਾ ਅਸਤੀਫੇ ਦੇ ਰਹੇ ਨੇ। ਔਰ ਦੂਜਾ ਚੰਗਾ ਸੰਕੇਤ ਇਹ ਹੈ ਜਿਹੜਾ ਪੰਜਾਬ 'ਚੋਂ ਇਕਜੁੱਟਤਾ ਦੇ ਨਾਲ ਆਵਾਜ਼ ਉੱਠੀ ਹੈ, ਉਹਦੀ ਆਵਾਜ਼ ਹਰਿਆਣੇ 'ਚ ਉੱਠ ਰਹੀ ਹੈ। ਇਸ ਤੋਂ ਇਲਾਵਾ ਦਿੱਲੀ 'ਚ ਵੀ ਹਿਲਚੁਲ ਹੋਈ, ਅਰਵਿੰਦ ਕੇਜਰੀਵਾਲ ਤੇ ਪ੍ਰੈਸ਼ਰ ਬਿਲਡ ਹੋ ਰਿਹਾ। ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਵੀ ਤੂੰ ਕਿਹਾ ਪਤਾ। ਉਧਰ ਰਾਜਸਥਾਨ ਦੇ ਵਿੱਚ ਕਾਂਗਰਸ ਮਤਾਂ ਲਿਆਉਣ ਵਾਲੇ ਪਾਸੇ ਨੂੰ ਜਾ ਰਹੀ ਹੈ, ਚਾਹੇ ਉਹ ਸਿਆਸੀ ਸਥਿਤੀ ਹੋਵੇ। ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਇਹਨਾਂ ਨੂੰ ਲਲਕਾਰ ਰਹੀ ਹੈ। ਉਧਰੋਂ ਬਿਹਾਰ ਦੀਆਂ ਇਲੈਕਸ਼ਨ ਦੇ ਵਿੱਚ ਵੱਡਾ ਮੁੱਦਾ ਬਣ ਚੁੱਕੇ ਨੇ ਖੇਤੀ ਆਰਡੀਨੈਂਸ। ਲਾਲੂ ਪ੍ਰਸਾਦ ਯਾਦਵ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਕਨਈਆ ਕੁਮਾਰ ਥਾਪੀਆਂ ਮਾਰਦਾ ਖੇਤੀ ਆਰਡੀਨੈਂਸਾਂ ਦੇ ਮਸਲੇ ਤੇ, ਨੂੰ ਗੱਲ ਨਹੀਂ ਆਉ ਰਹੀ। ਤਾਂ ਇਹ ਪੂਰਾ ਸਿਨੈਰੀਓ ਜਿਹੜਾ ਭਾਰਤ ਦਾ ਬਣ ਰਿਹਾ ਹੈ ਖੇਤੀ ਆਰਡੀਨੈਂਸਾਂ ਦੇ ਮਸਲੇ ਦੇ ਉੱਤੇ, ਉਹ ਭਾਜਪਾ ਦੇ ਖਿਲਾਫ ਇੱਕ ਲਹਿਰ ਦੇ ਰੂਪ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਹੈ। ਔਰ ਜਿਹੜੀ ਇਹ ਲਹਿਰ ਹੈ ਉਹਦੀ ਅਗਵਾਈ ਇਤਫਾਕਨ ਚੰਗੇ ਦਿਨਾਂ ਦੀ ਗੱਲ ਕਰ ਸਕਦੇ ਕਿ ਪੰਜਾਬ ਕਰ ਰਿਹਾ ਜੀ। ਅਖੀਰ ਦੇ ਵਿੱਚ ਧਰਮ ਸੋਤ ਉਹਨਾਂ ਦੀ ਦੱਸੋ ਕਿ ਸ਼ਰੇਆਮ ਜਦ ਗਰੀਬ ਜਵਾਕਾਂ ਦੇ ਵਜ਼ੀਫੇ ਜਿਹੜੇ ਛਕ ਤੇ, ਖਾਸ ਤੌਰ ਤੇ ਜਦ ਆਪ ਉਹ ਜੀ ਗਰੀਬੀ 'ਚ ਬੰਦਾ ਪਲਿਆ ਹੋਵੇ, ਉਸ ਕੋਠੇ ਦੇ ਥੱਲੇ ਸੀਟ ਲਈ ਹੋਵੇ ਤੇ ਉਹਦੇ ਥੱਲਿਆਂ ਰਹਿੰਦੇ ਹੀ ਤੁਸੀਂ ਕੁਛ ਇਹੋ ਜਿਹਾ ਕੁਛ ਕਰ ਦਿਓ। ਸੀਨੀਅਰ IAS ਅਫੀਸਰ ਨੇ ਬਾਹਰ ਆ ਕੇ ਦੱਸਤਾ, ਤੇ ਹੁਣ ਕੀ ਗੱਲ ਬਣੀ? ਬਚਾਅ ਕਰਾ ਲਿਆ ਕਿ ਧਰਮ ਸੋਤ ਤੇ ਕੁਛ ਐਕਸ਼ਨ ਹੋਏਗਾ? ਗਿੱਲ ਸਾਹਿਬ ਦੇਖੋ, ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿਆਸੀ ਲਾਹਾ ਲੈਣ ਨੂੰ ਖੇਤੀ ਆਰਡੀਨੈਂਸਾਂ ਦੇ ਮਸਲੇ ਤੇ ਜਿਹੜਾ ਬਿੱਲ ਲਿਆਉਣਾ ਸੀ, ਉਹਦੇ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਪਹਿਲਾਂ 1 ਦਿਨ ਦਾ ਸੈਸ਼ਨ ਬੁਲਾਇਆ ਕੈਪਟਨ ਅਮਰਿੰਦਰ ਸਿੰਘ ਨੂੰ, ਲੱਗਿਆ ਵੀ 2 ਦਿਨ ਤੱਕ ਚਰਚਾ ਚੱਲੇ। 1 ਦਿਨ ਤੋਂ ਬਾਅਦ ਦੂਜੇ ਦਿਨ ਦਾ ਸੈਸ਼ਨ ਬੁਲਾ ਲਿਆ। ਦੂਜੇ ਦਿਨ ਖੇਤੀ ਆਰਡੀਨੈਂਸਾਂ ਤੇ ਬਿੱਲ ਲਿਆਂਦਾ। ਬੱਲੇ ਬੱਲੇ ਹੋ ਗਈ ਕਿਸਾਨ ਸਾਹਿਬ ਦੀ, ਮੋਢੇ ਨਾਲ ਮੋਢਾ ਜੋੜ ਕੇ। ਇੱਕ ਪਾਸੇ ਚਰਨਜੀਤ ਢਿੱਲੋਂ ਖੜਾ ਹੈ, ਦੂਜੇ ਪਾਸੇ ਗਿੱਲ ਸਾਹਿਬ ਜਿਹੜਾ ਇਹਨਾਂ ਦਾ ਬੈਂਸ ਭਰਾ ਮਾਸਟਰ ਸਿਮਰਜੀਤ ਬੈਂਸ ਖੜਾ ਹੈ, ਇੱਕ ਪਾਸੇ ਹਰਪਾਲ ਚੀਮਾ ਖੜਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੱਗਿਆ ਬੱਲੇ ਬੱਲੇ ਹੋ ਗਈ, ਸੁਨੀਲ ਜਾਖੜ ਨੇ ਮਾਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਤੇ ਹੱਥ, ਔਰ ਕੈਪਟਨ ਅਮਰਿੰਦਰ ਸਿੰਘ ਨੇ 1 ਦਿਨ ਸੈਸ਼ਨ ਹੋਰ ਰੱਖ ਲਿਆ ਵੀ 1 ਦਿਨ ਹੋਰ ਬੱਲੇ ਬੱਲੇ ਹੋ ਗਏ। ਲੇਕਿਨ ਅੱਜ ਅਕਾਲੀ ਦਲ ਵਾਲੇ ਕੀ ਕਰਕੇ ਆ ਗਏ ਗਿੱਲ ਸਾਹਿਬ? ਉਹ ਤੋਂ ਆਮ ਆਦਮੀ ਪਾਰਟੀ ਦੀ ਤਿਆਰੀ 'ਚ ਸੀ।
ਸਾਧੂ ਸਿੰਘ ਧਰਮਸੋਤ ਦਾ ਮਸਲਾ ਚੱਕ ਲਿਆ ਉਹਨਾਂ ਨੇ ਆਉਂਦੇ, ਔਰ ਆਉਂਦੇ ਹੀ ਨਹੀਂ ਕਿਹਾ ਕਿ ਦਲਿਤ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਜੀਫਿਆਂ ਦਾ ਜਿਹੜਾ 64 ਕਰੋੜ ਰੁਪਏ ਦਾ ਘਟਾਲਾ ਹੋਇਆ, ਔਰ ਉਸ ਘਟਾਲੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਉਹਨਾਂ ਵਾਲੇ ਪਾਸੇ ਨੂੰ ਇਸ਼ਾਰਾ ਕਰੀਏ ਸਪਸ਼ਟ ਕਰ ਗਿਆ, ਭਾਵੇਂ ਉਹਦੀ ਬਦਲੀ ਕਰਤੀ ਉਸ ਵਿਭਾਗ ਦੇ ਵਿੱਚੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ, ਲੇਕਿਨ ਸਾਧੂ ਸਿੰਘ ਧਰਮਸੋਤ ਦੇ ਉੱਤੇ ਜਿਹੜੇ 64 ਕਰੋੜ ਦਾ ਘਟਾਲੇ ਦਾ ਇਲਜ਼ਾਮ ਲੱਗਿਆ, ਉਹਦੇ ਚ ਭਾਵੇਂ ਬਿੰਨੀ ਮਹਾਜਨ ਨੇ ਕਹਿਤਾ ਕਿ ਕਲੀਨ ਚਿੱਟ ਦੇ ਦਿੱਤੀ ਹੈ ਜੀ ਅਸੀਂ ਸਾਧੂ ਸਿੰਘ ਧਰਮਸੋਤ ਤੋਂ, ਪਰ ਲੋਕਾਂ ਨੇ ਕਲੀਨ ਚਿੱਟ ਤਾਂ ਨਹੀਂ ਦਿੱਤੀ, ਦਲਿਤਾਂ ਨੇ ਕਲੀਨ ਚਿੱਟ ਤਾਂ ਨਹੀਂ ਦਿੱਤੀ। ਉਹਦੇ ਵਿਦਿਆਰਥੀ ਫੀਸਾਂ ਫੰਡਾਂ ਕਰਕੇ ਪੜ੍ਹਾਈ ਛੱਡ ਕੇ ਦਿਹਾੜੀਆਂ ਕਰ ਰਹੇ ਨੇ ਖੇਤਾਂ ਦੇ ਵਿੱਚ, ਉਹਨਾਂ ਨੇ ਕਲੀਨ ਚਿੱਟ ਨਹੀਂ ਦਿੱਤੀ। ਸੋ ਅਕਾਲੀ ਦਲ ਨੇ ਇਸ ਮਸਲੇ ਨੂੰ ਉਭਾਰਿਆ ਔਰ ਦਲਿਤ ਜਥੇਬੰਦੀਆਂ ਨੇ ਇਸ ਮਸਲੇ ਨੂੰ ਉਭਾਰਿਆ। ਵਿਧਾਨ ਸਭਾ ਦੇ ਵਿੱਚ ਤੀਜੇ ਦਿਨ ਕਿਰਕਰੀ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁੱਦੇ ਦੇ ਉੱਤੇ, ਔਰ ਜਿੰਨੀ ਬੱਲੇ ਬੱਲੇ ਕੀਤੀ ਆਰਡੀਨੈਂਸ ਨੇ ਕਰਾਈ ਸੀ, ਸਾਧੂ ਸਿੰਘ ਧਰਮਸੋਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ਦੇ ਵਿੱਚ ਜਿਹੜਾ ਉਹ ਰੱਖਾ ਜੀ ਗੱਲ ਦਾ। ਧੰਨਵਾਦ ਬਹੁਤ ਬਹੁਤ ਨਵਕਿਰਨ। ਕੱਲ੍ਹ ਨੂੰ ਫੇਰ ਆਪਾਂ ਗੱਲਬਾਤ ਕਰਾਂਗੇ ਕਿ ਕੀ ਹੋਇਆ, ਤੇ 24 ਘੰਟੇ 'ਚ ਸਾਰਾ ਕੁਝ ਬਦਲ ਗਿਆ। ਕੱਲ੍ਹ ਵਿਰੋਧੀ ਧਿਰ ਨਾਲ ਸੀ, ਅੱਜ ਛੱਡ ਕੇ ਬਹਿ ਗਏ, ਰਾਜਨੀਤੀ ਦਾ ਅਖਾੜਾ ਬਣਾਇਆ ਹੋਇਆ, ਉਧਰ ਸਰਵਾਈਵਿੰਗ ਦਾ ਰੌਲਾ ਪਿਆ ਹੋਇਆ। ਫਿਰ ਵੀ ਧੰਨਵਾਦ ਕਰਦਾ 31-32 ਜਿਹੜੀਆਂ ਜਥੇਬੰਦੀਆਂ ਨੇ, ਇੰਨੀਆਂ ਜਥੇਬੰਦੀਆਂ ਇੱਕ ਜਿਹੜੀਆਂ ਮੰਚ ਤੇ ਇਕੱਠੀਆਂ ਰਹੀਆਂ। ਧੰਨਵਾਦ ਤੇ ਸ਼ੁਭ ਸ਼ਾਮਾਂ। ਕੱਲ੍ਹ ਨੂੰ ਫਿਰ ਗੱਲਬਾਤ ਕਰਾਂਗੇ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ 604 729 1224 6047291224। ਮੈਨੂੰ ਮੈਸੇਜ ਕਰਿਓ, ਦਫ਼ਤਰ ਤੁਹਾਨੂੰ ਫੋਲੋ ਕਰੇਗਾ। ਤੇ ਪੰਜੇ ਦਿਨ 9:20 ਤੋਂ 9:30 ਤੱਕ 10 ਮਿੰਟ ਦੀ ਜਾਂ 12 ਮਿੰਟ ਦੀ ਸੈਗਮੈਂਟ ਨਵਕਿਰਨ ਸਿੰਘ ਪੱਤੀ ਹੋਰਾਂ ਦੀ ਹੋਇਆ ਕਰੇਗੀ। ਹੁਣੇ ਆਏ ਵਾਪਸ। ਇੱਕ ਬਹੁਤ ਮੰਦਭਾਗੀ ਖਬਰ ਆ ਰਹੀ ਹੈ, ਜਿਹੜਾ ਉਹ ਪਹਿਲਾ ਇੱਕ ਟਾਊਨ ਹਾਊਸ ਕੰਪਲੈਕਸ ਸੀ ਜਿਹੜਾ ਟਮਾਨਾਵੇ ਸਕੂਲ ਦੇ ਨਾਲ, ਜਿਹਦੇ 'ਚ ਸਿਮਰਨ ਸਟੇਟ ਸੀ ਸ਼ਾਇਦ ਉਸ ਦਾ ਨਾਂ, ਤੇ ਉਹਦੇ 'ਤੇ ਜਿਹੜਾ ਭਾਈਚਾਰੇ ਨੇ ਪਹਿਲਿਆਂ ਟਾਊਨ ਹਾਊਸਾਂ ਦੇ ਵਿੱਚੋਂ ਜਦ ਹਲੇ ਆਪਣੇ ਲੋਕ ਲੈਣ ਨਹੀਂ ਸੀ ਲੱਗੇ, ਤਾਂ ਉੱਥੇ ਆਪਣੇ ਭਾਈਚਾਰੇ ਨੇ ਇਹ ਟਾਊਨ ਹਾਊਸ ਲਏ ਸੀ। ਉੱਥੇ ਅੱਜ ਸਵੇਰੇ ਇੱਕ ਕਤਲ ਹੋਇਆ, ਪੰਜਾਬੀ ਪਰਿਵਾਰ ਦੇ ਵਿੱਚ ਕਤਲ ਹੋਇਆ, ਇੱਕ ਬੱਚਾ ਜ਼ਖਮੀ ਹੋ ਗਿਆ, ਇੱਕ ਇਸਤਰੀ ਦਾ ਕਤਲ ਹੋਇਆ। ਸ਼ੁਰੇਬਾਜ਼ੀ ਇਹਦੇ 'ਚ ਹੋਈ ਹੈ, ਬਾਕੀ ਪੁਲਿਸ ਦੱਸੇਗੀ। ਫੈਮਿਲੀ ਡਿਸਪਿਊਟ ਲੱਗਦਾ, ਪਹਿਲਾਂ ਲੁੱਟ ਖੋਹ ਦੀ ਗੱਲਬਾਤ ਵੀ ਸੀ, ਪਰ ਹੁਣ ਇਉਂ ਲੱਗਦਾ ਜਿਵੇਂ ਫੈਮਿਲੀ ਡਿਸਪਿਊਟ ਹੈ। ਸੋ ਇਹ ਇੱਕ ਅਜਿਹਾ ਕਮਿਊਨਿਟੀ ਦੇ ਵਿੱਚ ਇਸ਼ੂ ਹੈ ਜਿਸ 'ਤੇ ਕੰਮ ਨਹੀਂ ਹੋ ਰਿਹਾ, ਇਹਦੇ 'ਤੇ ਕੰਮ ਹੋਣਾ ਚਾਹੀਦਾ। ਮੈਂਟਲ ਹੈਲਥ ਦਾ ਇੱਕ ਬਹੁਤ ਵੱਡਾ ਇਸ਼ੂ ਹੈ। ਮੈਂਟਲ ਹੈਲਥ 'ਤੇ ਕਮਿਊਨਿਟੀ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਪਰਿਵਾਰਾਂ ਦੇ ਵਿੱਚ ਬਹੁਤ ਡਿਪਰੈਸ਼ਨ, ਐਂਗਜ਼ਾਇਟੀ, ਇਹ ਬਹੁਤ ਕੁਝ ਚੱਲ ਰਿਹਾ। ਦੂਸਰੀ ਜਿਹੜੀ ਖਬਰ ਤੁਹਾਡੇ ਨਾਲ ਮੈਂ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਅੱਜ ਮੇਵਾ ਸਿੰਘ ਲੋਪੋਕੇ ਦਾ ਇਹ ਦਿਨ ਹੈ। ਮੇਵਾ ਸਿੰਘ ਲੋਪੋਕੇ ਹੋਰਾਂ ਦੇ ਬਾਰੇ ਸਭ ਨੂੰ ਪਤਾ ਹੈ। ਉਹਨਾਂ ਦੀਆਂ ਫੋਟੋਆਂ, ਉਹਨਾਂ ਨੂੰ ਸ਼ਹੀਦ ਕਰਨ ਦਾ, ਉਹਨਾਂ ਨੂੰ ਫਾਂਸੀ ਦੇਣ ਦੀ ਗੱਲ, ਉਹ ਜਲੂਸ ਦੀ ਸ਼ਕਲ ਦੇ ਵਿੱਚ ਲੋਕਾਂ ਦਾ ਜਾਣਾ, ਉਹ ਫੋਟੋਆਂ ਸਾਡੇ ਅਜਾਇਬ ਘਰਾਂ 'ਚ, ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨੇ। ਪਰ ਇਸ ਧਰਤੀ 'ਤੇ ਜੇ ਅੱਜ ਖਾਲਸੇ ਪਰਚਮ ਝੂਲਦੇ ਨੇ, ਉਹ ਸ਼ਹੀਦਾਂ ਦੀ ਬਦੌਲਤ ਨੇ। ਮੇਵਾ ਸਿੰਘ ਲੋਪੋਕੇ, ਸਰਦਾਰ ਮੇਵਾ ਸਿੰਘ ਲੋਪੋਕੇ ਦੇ 1906 ਦੇ ਵਿੱਚ ਕੈਨੇਡਾ ਪਹੁੰਚੇ ਸੀ। ਪਿਛਲਾ ਪਿੰਡ ਲੋਪੋਕੇ, ਮਝੈਲ ਸਰਦਾਰ 1908 ਦੇ ਵਿੱਚ ਉਹਨਾਂ ਦਾ ਜਨਮ, 1880 'ਚ ਉਹਨਾਂ ਦਾ ਜਨਮ ਹੋਇਆ। 26 ਵਰ੍ਹਿਆਂ ਦੀ ਉਮਰ ਦੇ ਵਿੱਚ ਉਹ ਆਏ। ਬਹੁਤ ਧਾਰਮਿਕ ਬਿਰਤੀ ਤੇ ਸ਼ਾਂਤ ਸਾਊ ਸੁਭਾਅ ਦੇ ਉਹ ਮਾਲਕ ਸੀ। ਤੇ ਕੈਨੇਡਾ ਦਾ ਪਹਿਲਾ ਗੁਰਦੁਆਰਾ ਜਦ ਬਣਾਉਣ ਦਾ ਉਦਮ ਰੰਭਿਆ ਤਾਂ ਮੇਵਾ ਸਿੰਘ ਜੀ ਨੇ ਬਹੁਤ ਸੇਵਾ ਕੀਤੀ। 2 ਐਵਨਿਊ 'ਤੇ ਭਾਗ ਨੇ ਸਾਡੇ, ਅਸੀਂ ਉਹ ਗੁਰਦੁਆਰਾ ਨਹੀਂ ਸਾਂਭ ਸਕੇ। ਕੋਈ ਵੀ ਉਹਦਾ ਅੱਜ ਕਾਰਨ ਕਹੀ ਜਾਵੇ, ਮੈਨੇਜਮੈਂਟ ਅਸੀਂ ਜਗ੍ਹਾ ਵੱਧਦੀ ਲੈ ਲਈ, ਆਹ ਲੈ ਲਈ, ਉਹ ਲੈ ਲਈ, ਉਹ ਜਗ੍ਹਾ ਰੱਖਣੀ ਚਾਹੀਦੀ ਸੀ। 21 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਇਆ। ਖੰਡੇ ਬੱਟ ਦਾ ਅੰਮ੍ਰਿਤ ਛਕਿਆ ਸਰਦਾਰ ਮੇਵਾ ਸਿੰਘ ਲੋਪੋਕੇ ਨੇ। ਇਸੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਤੇ ਨਾਲ ਹੀ ਗੁਰਦੁਆਰੇ ਦੇ ਗ੍ਰੰਥੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਨਾਲ ਮੇਵਾ ਸਿੰਘ ਹੋਣਾ ਦੀ ਬਹੁਤ ਨੇੜੇ ਦੀ ਸਾਂਝ ਸੀ। 23 ਮਈ 1914 ਨੂੰ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ
ਗੁਰੂ ਨਾਨਕ ਜਹਾਜ਼ ਲੈ ਕੇ 376 ਮੁਸਾਫਰਾਂ ਨਾਲ ਵੈਨਕੂਵਰ ਆ ਗਏ। ਬਸ ਉਸੇ ਸਮੇਂ ਤਾਂ ਹੀ ਮੈਂ ਮੁੜ ਮੁੜ ਕਹਿਣਾ ਹੁੰਦਾ, ਇਹ ਨਸਲ ਅੱਜ ਦੀਆਂ ਗੱਲਾਂ ਨਾ ਬਹੁਤ ਲੋਕਾਂ ਨੂੰ ਅਸੀਂ ਭੁੱਲ ਗਏ ਕਿ ਨਸਲਵਾਦ ਕੀ ਸੀ, ਕਿਵੇਂ ਸਾਡੀ ਕੰਟੀਨਿਊਸ ਜਰਨੀ ਦੇ ਵਿੱਚ ਸਾਡੇ ਪੁਰਖਿਆਂ ਨੂੰ ਰੋਕਿਆ ਗਿਆ, ਕਿਵੇਂ ਉਸੇ ਪਾਰਲੀਮੈਂਟ ਦੇ ਵਿੱਚ 1907 1908 'ਚ ਸਾਡੀ ਸਿਟੀਜ਼ਨਸ਼ਿਪ ਰੋਕਣ ਦੇ ਲਈ ਉਸੇ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਕੰਜ਼ਰਵੇਟਿਵ ਸੀ ਚਾਹੇ ਲਿਬਰਲ ਸੀ, ਉਹਨਾਂ ਨੇ ਇੰਨਾ ਕੰਮ ਕੀਤਾ। ਇਹ ਡਿਸਓਨੈਸਟ ਨੇ, ਇਹ ਫਿਲਥੀ ਨੇ, ਇਹਨਾਂ ਨੂੰ ਹੰਡੂਰਸ ਭੇਜੋ ਤੇ ਜੇ ਤੇ ਬੋ। ਉਸੇ ਵਿੱਚ ਇਹ ਦੁੱਖ ਦੀ ਘੜੀ ਆਈ ਜਦ ਕਾਮਾਗਾਟਾ ਮਾਰੂ ਦੇ ਵਿੱਚੋਂ ਮਸਾਵਰ ਜਿਹੜੇ ਉੱਤਰ ਨਾ ਦਿੱਤੇ। ਇਹ 'ਚ ਭਾਈ ਮੇਵਾ ਸਿੰਘ, ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਉਹਨਾਂ ਨੇ ਬੜਾ ਕੰਮ ਕੀਤਾ। 1914 'ਚ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਰੀ, ਭਾਈ ਮੇਵਾ ਸਿੰਘ ਤੇ ਇਹਦੇ ਲਈ ਸਿੱਖ ਸੰਗਤ ਅਮਰੀਕਾ ਦੀ ਨਾਲ ਸਲਾਹ ਮਸ਼ਵਰਾ ਕਰ ਲਈ, ਐਬਸਪੋਰਟ ਵਾਲੇ ਪਾਸੇ ਸਰਹੱਦ ਟੱਪ ਗਏ। ਵਾਪਸੀ ਦੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਰੀ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੇਵਾ ਸਿੰਘ ਹੋਣੀ ਵੀ ਸਰਹੱਦ ਪਾਰ ਕੇ ਕੈਨੇਡਾ 'ਚ ਦਾਖਲ ਹੋਏ। ਕੈਨੇਡੀਅਨ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ, ਉਹਨਾਂ ਨੂੰ ਫੜ ਲਿਆ। ਉਹਨਾਂ ਕੋਲ 2 ਰਿਵਾਲਵਰ, 500 ਗੋਲੀ ਜਿਹੜੀ ਬਰਾਮਦ ਹੋਈ। ਉਸ ਸਮੇਂ ਕਿ ਵੈਪਨ ਇੱਥੇ ਬਹੁਤ ਵੱਡਾ ਇਸ਼ੂ ਨਹੀਂ ਸੀ। 7 ਅਗਸਤ 1914 ਨੂੰ ਅਦਾਲਤ ਨੇ ਭਾਈ ਮੇਵਾ ਸਿੰਘ ਨੂੰ $50 ਦਾ ਜੁਰਮਾਨਾ ਕਰਕੇ ਰਿਹਾ ਕਰ ਦਿੱਤਾ। ਲਹਿਰ ਪੂਰੀ ਜ਼ੋਰਾਂ 'ਤੇ ਸੀ, ਗਦਰ ਲਹਿਰ। ਘਟਨਾ ਇਹ ਵਾਪਰੀ ਕਿ ਭਾਈ ਮੇਵਾ ਸਿੰਘ ਦੇ ਦਿਲ 'ਤੇ ਜਿਸ ਨੇ ਉਹਨਾਂ ਨੂੰ ਬਿਲਕੁਲ ਹੀ ਉਸ ਹਾਲਤ 'ਚ ਲੈ ਆਂਦਾ, ਨਾ ਦਿਨੇ ਨਾ ਰਾਤ ਨੂੰ ਚੈਨ, ਕਿ ਬਰਤਕਾਨਵੀ ਜਿਹੜਾ ਜਸੂਸ ਹਪਕਿੰਸਨ ਸੀ, ਜਿਹੜਾ ਮਿਲਗੋਬਾ ਸੀ, ਪਿਓ ਉਸ ਦਾ ਬਰਤਾਨਵੀ ਸੀ ਤੇ ਮਾਂ ਉਸ ਦੀ ਭਾਰਤ ਦੀ ਸੀ, ਤੇ ਜਿਹੜਾ ਹਿੰਦੀ ਵੀ ਬੋਲਦਾ ਸੀ ਤੇ ਜਸੂਸ ਸੀ, ਇੱਥੇ ਕਮਿਊਨਿਟੀ ਦੇ ਵਿੱਚ ਬਹੁਤ ਦੁੱਖ ਦਿੰਦਾ ਸੀ। ਉਹਨੇ ਆਪਣੇ ਹੱਥ ਠੋਕੇ ਬੇਲੇ ਜਵਾਨ ਕੋਲੋਂ, ਜਿਹਨੂੰ ਮੁੜ ਕੇ ਫਿਰ ਬੱਬਰਾਂ ਨੇ ਗਏ ਹੋਏ ਪੰਜਾਬ ਦੇ ਵਿੱਚ ਵੱਢ ਕੇ ਦੋਲੇ 'ਚ ਬੰਨ੍ਹਤਾ ਸੀ। ਉਦੋਂ ਤੋਂ 5 ਸਤੰਬਰ 1914 ਨੂੰ ਗੁਰਦੁਆਰੇ 'ਚ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ, ਤੇ ਉੱਥੇ ਭਾਈ ਮੇਵਾ ਸਿੰਘ ਵੀ ਮੌਜੂਦ ਸਨ। ਇੰਨਾ ਉਸ ਗੱਲ 'ਤੇ ਭਾਈ ਸਾਹਿਬ ਭਾਈ ਮੇਵਾ ਸਿੰਘ ਨੂੰ ਜਿਹੜਾ ਦੁੱਖ ਲੱਗਿਆ। ਉਹਨਾਂ ਦੇ ਜਿਹੜੇ ਪਿਸਤੌਲ ਦੇ ਨਾਲ ਉਹਨਾਂ ਨੇ ਨਿਸ਼ਾਨੇਬਾਜ਼ੀ ਆਰੰਭਣੀ ਜਦ ਅਭਿਆਸ ਸ਼ੁਰੂ ਕੀਤਾ, ਨਿਸ਼ਾਨਾ ਪੱਕਾ ਕਰ ਲਈ, ਲੋਕ ਗੱਲ ਕਰਨ ਲੱਗ ਗਏ ਕਿ ਇਹ ਵੱਡਾ ਫੈਸਲਾ ਹੋ ਗਿਆ ਕੋਈ। ਹੁਣ ਹਪਕਿੰਸਨ ਕੀ ਕਹਿ ਰਿਹਾ ਸੀ? ਹਪਕਿੰਸਨ ਇਸ ਗੱਲ 'ਤੇ ਜ਼ੋਰ ਕਰਦਾ ਸੀ ਵੀ ਤੂੰ ਅਦਾਲਤ ਦੇ ਵਿੱਚ ਪੇਸ਼ੀ ਨਹੀਂ ਦੇਣੀ। ਹਪਕਿੰਸਨ ਤੇ ਰੀਡ ਇਹ ਦੋਨੇ ਹੀ ਧੱਕਾ ਕਰਦੇ। ਮੇਵਾ ਸਿੰਘ ਲੋਪੋਕੇ ਨੂੰ ਆਪਣੇ ਗੁੰਡਿਆਂ ਦੇ ਨਾਲ ਐਲੀਆਂ ਦੇ ਵਿੱਚ ਘੇਰ ਕੇ ਕਹਿੰਦੇ ਵੀ ਆਹ ਕਰ ਦਿਆਂਗੇ ਤੈਨੂੰ, ਉਹ ਕਰ ਦਿਆਂਗੇ। ਅਖੀਰ ਅੱਜ ਦੇ ਦਿਨ 21 ਅਕਤੂਬਰ 1914 ਨੂੰ, ਹੁਣ ਤੋਂ 20 ਮਿੰਟਾਂ ਨੂੰ, ਮਤਲਬ 10:10-12 'ਤੇ ਜਦ ਅਦਾਲਤ ਦੇ ਵਿੱਚ ਸਰਾ ਮੇਵਾ ਸਿੰਘ ਲੋਪੋਕੇ ਗਏ ਤਾਂ ਸਾਹਮਣੇ ਹਪਕਿੰਸਨ ਦਾਖਲ ਹੋਣ ਵਾਲਾ ਜਿਹੜਾ ਦਰਵਾਜ਼ਾ ਸੀ ਉਹਦੇ ਨਾਲ ਥੰਮਲੇ ਨਾਲ ਮੋਢਾ ਲਾਈ ਖੜਾ ਸੀ। ਮਤਲਬ ਵੀ ਬੰਦਾ ਕਹਿਣ ਦਾ ਵੀ ਤੂੰ ਨਹੀਂ ਜਾ ਸਕਦਾ। ਬਸ ਫਿਰ ਉਸੇ ਸਮੇਂ ਪਿਸਤੌਲ 2 ਸੀ, ਕੱਢ ਕੇ ਜਦ ਗੋਲੀਆਂ ਠੋਕੀਆਂ, ਹਪਕਿੰਸਨ ਗੋਡਿਆਂ ਭਾਰ ਡਿੱਗਿਆ ਤੇ ਗੋਲੀ ਚੱਲੀ। ਅਦਾਲਤ 'ਚ ਜਿਹੜੀ ਭੱਜਦਾ ਇੱਧਰ ਉੱਧਰ ਲੋਕ ਭੱਜਣ ਲੱਗੇ। ਮੇਵਾ ਸਿੰਘ ਦੇ ਚਰਚੇ ਜਦ ਹੋਣ ਲੱਗੇ ਇਸ ਗੱਲ ਦਾ, ਅਖੀਰ ਉਹਨਾਂ ਨੇ ਜੁਰਮ ਕਬੂਲ ਕੀਤਾ। ਸੱਜੇ ਹੱਥ ਵਾਲੇ ਰਿਵਾਲਵਰ ਦੇ ਨਾਲ ਪੁੜਪੜੀ 'ਤੇ ਵੀ ਮੁੱਠੇ ਮਾਰੇ, ਫਿਰ ਖੱਬਾ ਕੱਢ ਕੇ ਸੱਜੇ ਹੱਥ ਨਾਲ ਫੇਰ ਜਿਹੜੀਆਂ ਗੋਲੀਆਂ ਹਪਕਿੰਸਨ ਨੂੰ ਮਾਰੀਆਂ। ਅੱਜ ਦੇ ਦਿਨ 11 ਜਨਵਰੀ 1915 ਨੂੰ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਜਿਹੜੀ ਫਾਂਸੀ ਦਿੱਤੀ ਗਈ। ਮੇਵਾ ਸਿੰਘ ਲੋਪੋਕੇ ਦਾ ਨਾਂ ਹਾਲੇ ਵੀ ਕ੍ਰਿਮੀਨਲ ਲਿਖਿਆ ਹੋਇਆ। ਇਸ ਗੱਲ 'ਤੇ ਚੁੱਪ ਕਰ ਜਾਂਦੇ ਨੇ ਵੱਡੇ ਜਿਹੜੇ ਲੀਡਰ ਨੇ। ਇਹ ਸਾਰੇ ਰਸਤੇ ਜਿਹੜੇ ਨੇ ਇਹ ਸਿੱਧੇ ਕਿਹਨੇ ਕੀਤੇ ਹੋਏ ਨੇ? ਇਹ ਰਸਤੇ ਜਿਹੜੇ ਨੇ ਇਹਨਾਂ ਪੁਰਖਿਆਂ ਨੇ ਸਿੱਧੇ ਕੀਤੇ ਹੋਏ ਨੇ। ਭਾਈ ਸਾਹਿਬ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਤਨ ਸਿੰਘ, ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਕਿਆਂ ਨੇ, ਜਾਂ ਬਜ਼ੁਰਗਾਂ ਨੇ ਜਿਹੜੇ 1897 'ਚ ਆਏ, ਜਿਨ੍ਹਾਂ ਨੂੰ ਇਸੇ ਹੀ ਧਰਤੀ 'ਤੇ ਇਸੇ ਮਿੱਲਾਂ ਦੇ ਵਿੱਚ ਉਹਨਾਂ ਦੇ ਰੰਗ ਬੰਨ ਕਰਕੇ ਅੱਧੀ ਉਜਰਤ ਦਿੱਤੀ ਜਾਂਦੀ ਰਹੀ। ਉਹਨਾਂ ਦੀਆਂ ਪੀੜ੍ਹੀਆਂ ਕੰਮ ਕਰਦੀਆਂ ਰਹੀਆਂ, ਉਹਨਾਂ ਲਈ ਕੰਮ ਜਿਹੜੇ ਹੁੰਦੇ ਰਹੇ। ਅੱਜ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਕੇ ਦਾ ਵੱਡਾ ਉਹਨਾਂ ਲਈ ਦਿਨ ਆ ਕਿ 21 ਅਕਤੂਬਰ 1914 ਨੂੰ ਅੱਜ ਦੇ ਦਿਨ ਹਪਕਿੰਸਨ ਨੂੰ ਉਹਦੇ ਕੀਤੇ ਦੀ ਸਜ਼ਾ ਜਿਹੜੀ ਹੋਈ। ਸਾਰੇ ਲੋਕ ਇਸ ਤਰ੍ਹਾਂ ਹੀ ਸੋਚਦੇ ਸੀ ਕਿ ਬਈ
ਅਸੀਂ ਇੱਥੇ ਵੀ ਉਹੀ ਬਰਤਾਨਵੀ ਸਰਕਾਰ ਹੈ, ਸਾਡੇ ਤੇ ਵੀ ਬਰਤਾਨਵੀ ਸਰਕਾਰ ਹੈ, ਇੱਥੇ ਕੁਝ ਨਹੀਂ ਹੋ ਸਕਦਾ। ਜਦੋਂ ਆਏ ਅੰਮ੍ਰਿਤ ਛਕਿਆ ਤਾਂ ਭਾਈ ਸਾਹਿਬ ਭਾਈ ਰਾਮ ਸਿੰਘ ਧਲੇਤੇ ਉਹਨਾਂ ਦੇ ਦੀ ਡੇਰੇ ਤੇ ਉਹਨਾਂ ਦੀ ਰਿਹਾਇਸ਼ ਸੀ, ਤੇ ਜਿਹੜੇ ਸਾਰਾ ਕੁਝ ਛੱਡ ਕੇ ਇੱਥੋਂ ਪੰਜਾਬ ਚਲੇ ਗਏ ਸੀ ਗਦਰ ਪਾਰਟੀ ਦੇ ਵਿੱਚ। ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ ਦੇ ਹਿੱਸੇਦਾਰਾਂ ਦੇ ਵਿੱਚੋਂ ਸਨ। ਉਹ ਬਹੁਤ ਅਮੀਰ ਸਿੱਖ ਸਨ ਉਸ ਸਮੇਂ। ਭਾਈ ਬਲਵੰਤ ਸਿੰਘ ਉਹਨਾਂ ਨਾਲ ਗ੍ਰੰਥੀ ਸੀ, ਜਿਹੜੇ ਉਹਨਾਂ ਨਾਲ ਬਹੁਤ ਦਿਲੋਂ ਪਿਆਰ ਸੀ ਭਾਈ ਮੇਵਾ ਸਿੰਘ ਲੋਪੋਕੇ ਦਾ। ਸੋ ਇਹ ਜਦ ਹਪਕਿੰਸਨ ਨੇ ਜਦ ਇਹ ਘਟਨਾ ਹੋਈ, ਹਪਕਿੰਸਨ ਇੱਕੋ ਹੀ ਗੱਲ ਕਹਿ ਰਿਹਾ ਸੀ ਵੀ ਤੂੰ ਵਾਦਾ ਮਾਫ ਗਵਾਹ ਨਾ ਬਣ, ਤੂੰ ਵਾਦਾ ਮਾਫ ਗਵਾਹ ਨਾ ਬਣ। ਇਸ ਗੱਲ ਤੇ ਆ ਕੇ ਅਖੀਰ ਉਹ ਦਿਨ ਆ ਗਿਆ ਜਦ ਹਪਕਿੰਸਨ ਨੂੰ ਕੀਤਿਆਂ ਦੀ ਸਜ਼ਾ। ਆਪ ਸਰੈਂਡਰ ਹੋਏ, ਆਪ ਲੋਕਾਂ ਨੂੰ ਕਿਹਾ ਕਿ ਮੇਰਾ ਕਿਸੇ ਨਾਲ ਰੌਲਾ ਨਹੀਂ, ਪਿਸਤੌਲ ਜੱਜ ਦੀ ਮੇਜ਼ ਤੇ ਰੱਖ ਦਿੱਤਾ, ਮੈਂ ਪਾਗਲ ਨਹੀਂ, ਜਿਹਨੂੰ ਮਾਰਨਾ ਸੀ ਉਹਨੂੰ ਮੈਂ ਮਾਰ ਦਿੱਤਾ, ਤੇ ਹੁਣ ਮੈਨੂੰ ਜਿਹੜਾ ਤੁਸੀਂ ਜਿਹੜਾ ਕੁਛ ਤੁਹਾਡੇ ਤੋਂ ਹੁੰਦਾ ਉਹ ਤੁਸੀਂ ਕਰ ਸਕਦੇ ਹੋ। ਸੋ ਇਹ ਜਿਹੜੀ ਅੱਜ ਦੇ ਦਿਨ ਜਿਹੜਾ ਉਹਨਾਂ ਨੇ ਹਪਕਿੰਸਨ ਨੂੰ ਅੱਜ ਕੀਤੇ ਦੀ ਸਜ਼ਾ ਮਿਲੀ। ਤੁਹਾਡੀਆਂ ਕੁਛ ਕਾਲਸ ਵੀ ਅਗਲੇ ਹਿੱਸੇ 'ਚ ਮੈਂ ਲਵਾਂਗਾ ਸਰਾ ਮੇਵਾ ਸਿੰਘ ਲੋਪੋਕੇ ਦੇ ਬਾਰੇ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਸ਼ਾਮਲ ਹੋ। 604 204 0600 ਇਸ ਨੰਬਰ ਤੇ ਤੁਸੀਂ ਸਰਾ ਮੇਵਾ ਸਿੰਘ ਲੋਪੋਕੇ ਦੇ ਅੱਜ ਦੇ ਦਿਨ ਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੋ 6042040600। ਇੱਥੇ ਤੁਹਾਨੂੰ ਦੱਸਦੇ ਹਾਂ ਇੱਕ ਪਿਛਲੇ 2 ਦਿਨ ਦਾ ਜਿਹੜਾ ਇੱਕ ਵਿਵਾਦ ਕਮਿਊਨਿਟੀ ਦੇ ਵਿੱਚ ਸੀ, ਉਹ ਸੀ ਕਿ ਸਿੱਖ ਅਕੈਡਮੀ ਦੇ ਵਿੱਚੋਂ ਸਿੱਖ ਅਕੈਡਮੀ ਦੇ ਪ੍ਰਿੰਸੀਪਲ ਬਲਦੀਪ ਸਿੰਘ ਹੇਰ ਨੂੰ ਜਿਹੜਾ ਬੋਰਡ ਵੱਲੋਂ ਫਾਇਰ ਕੀਤਾ ਗਿਆ। ਜਦੋਂ ਫਾਇਰ ਉਹਨਾਂ ਨੂੰ ਕੀਤਾ ਗਿਆ, ਇਸ ਤੇ ਮਾਪੇ ਜਿਹੜੇ ਬਹੁਤ ਨਾਖੁਸ਼ ਸਨ, ਕਿਉਂਕਿ ਜਵਾਕਾਂ ਦੇ ਨਾਲ ਬਲਦੀਪ ਸਿੰਘ ਹੇਰ ਉਹਨਾਂ ਦਾ ਬਹੁਤ ਨੇੜੇ ਦਾ ਸੰਬੰਧ ਹੈ। ਹੁਣ ਨਹੀਂ, ਜਿਹੜੇ ਯੂਨੀਵਰਸਿਟੀ 'ਚ ਵੀ ਜਵਾਕ ਗਏ ਨੇ ਉਹ ਵੀ ਪਿਆਰ ਕਰਦੇ ਨੇ। ਇਹ ਸਾਂਝ ਹੈ ਪਿਛਲੇ 20 ਸਾਲਾਂ ਦੇ ਉਹ ਐਜੂਕੇਸ਼ਨ ਦੇ ਵਿੱਚ ਨੇ। ਕੱਲ੍ਹ ਇੱਕ ਮੀਟਿੰਗ ਸੀ ਜਿਹੜੀ ਬੋਰਡ ਦੀ ਤੇ ਨਾਲ ਜਿਹੜੀ ਮਾਪਿਆਂ ਦੀ ਸੀ। ਉਹਦੇ ਵਿੱਚ ਮਾਪਿਆਂ ਦਾ ਰੋਹ ਇੰਨਾ ਸੀ, ਅਖੀਰ ਸਿੱਖ ਅਕੈਡਮੀ ਨੂੰ ਦੁਬਾਰਾ ਬਲਦੀਪ ਸਿੰਘ ਹੇਰ ਉਹਨਾਂ ਨੂੰ ਅੱਜ ਸਤਿਕਾਰ ਦਿੱਤਾ ਗਿਆ, ਉਹਨਾਂ ਨੂੰ ਦੁਬਾਰਾ ਆਪਣਾ ਦਫ਼ਤਰ ਦਿੱਤਾ ਗਿਆ। ਤੇ ਜਿਹੜਾ ਬਣਦਾ ਇਹ ਇੰਸਟੀਟਿਊਟ ਜਿਹੜੇ ਨੇ, ਇਸ ਨੂੰ ਸਮਝ ਲੈਣ ਦੀ ਜ਼ਰੂਰਤ ਹੈ ਕਿ ਇੰਸਟੀਟਿਊਟ ਬਿਲਡਿੰਗਾਂ ਨਹੀਂ ਹੁੰਦੀਆਂ, ਸਕੂਲ ਕੋਈ ਬਿਲਡਿੰਗ ਨਹੀਂ ਹੈ। ਸਕੂਲ ਇੱਕ ਸਮੂਹ ਆ ਜਿੱਥੇ ਮਾਪੇ, ਸਟਾਫ, ਪ੍ਰਿੰਸੀਪਲ, ਬੱਚੇ ਕਲੈਕਟਿਵਲੀ ਕੰਮ ਕਰਦੇ ਨੇ, ਜਿੱਥੇ ਜਵਾਕ ਸਿੱਖਣ ਆਉਂਦੇ ਨੇ। ਔਰ ਜਿਹੜੇ ਇਹ ਸਾਡੇ ਧਾਰਮਿਕ ਸਕੂਲ ਨੇ, ਜਿਵੇਂ ਕਿਸੇ ਕ੍ਰਿਸਚੀਅਨ ਸਕੂਲ ਦਾ ਪ੍ਰਿੰਸੀਪਲ ਦਸਤਾਰਧਾਰੀ ਤੇ ਅੰਮ੍ਰਿਤਧਾਰੀ ਸਿੰਘ ਨੂੰ ਨਹੀਂ ਲਾਇਆ ਜਾ ਸਕਦਾ, ਜਿਸ ਤਰ੍ਹਾਂ ਇਹਨਾਂ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਕਮਿਊਨਿਟੀ ਐਕਸੈਪਟ ਨਹੀਂ ਕਰਦੀ ਕਿ ਹੋਰ ਕਿਸੇ ਧਰਮ ਦਾ ਹੋਵੇ। ਕਿਸੇ ਧਰਮ ਦੇ ਖਿਲਾਫ ਨਹੀਂ ਹੈ ਗੱਲ, ਪਰ ਕਹਾਣੀ ਸੱਚ ਇਹ ਹੈ ਕਿ ਇਹਦੇ 'ਚ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਜਿਹੜਾ ਹੈ ਉਹ ਕੋਈ ਪ੍ਰਿੰਸੀਪਲ ਹੋਵੇ, ਉਹ ਕੋਈ ਵੀ ਹੋਵੇ, ਤੇ ਉਹ ਇੱਕ ਰੋਲ ਮਾਡਲ। ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਗੁਰੂ ਘਰਾਂ ਦੀ ਜਿਹੜੀ ਸੁਸਾਇਟੀਆਂ ਨੇ ਉਹਦੇ ਵਿੱਚ ਵੀ ਜੇ ਉਸ ਦਾ ਪ੍ਰੈਜ਼ੀਡੈਂਟ ਘੱਟੋ ਘੱਟ ਸਾਬਤ ਸੂਰਤ ਹੈ, ਉਹ ਇੱਕ ਵਧੀਆ ਸੁਨੇਹਾ ਦਿੰਦਾ, ਬਾਕੀ ਮਰਜ਼ੀ ਕਮਿਊਨਿਟੀ ਦੀ। ਸੋ ਇਹਦੇ 'ਚ ਹੁਣ ਜਿਹੜਾ ਇਸ਼ੂ ਉੱਭਰਿਆ ਸੀ ਤੇ ਮਾਪੇ ਇਸ ਗੱਲ ਤੇ ਬਹੁਤ ਜ਼ਿਆਦਾ ਦੁਖੀ ਸੀ। ਉਹ ਕਹਿੰਦੇ ਨੋ, ਸਾਡੇ ਜਵਾਕ ਰੋ ਰਹੇ ਨੇ, ਸਾਡੇ ਜਵਾਕ ਟੈਨਸ਼ਨ 'ਚ ਹੋ ਗਏ, ਸਾਡੇ ਜਵਾਕਾਂ ਨੇ ਜਾਣਾ ਨਹੀਂ ਸਕੂਲ। ਤੇ ਅਖੀਰ ਉਸ ਮੀਟਿੰਗ ਦੇ ਵਿੱਚ ਫਿਰ ਇਹ ਗੱਲ ਹੋਈ ਕਿ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਂਦਾ। ਇਹ ਜਿਹੜਾ ਅਸਲ ਇਹ ਬਿਲਡਿੰਗ ਜਿਹੜੀ ਬਣੀ, ਇਹ ਬਿਲਡਿੰਗ ਤੇ 10 ਮਿਲੀਅਨ ਦੇ ਕਰੀਬ ਖਰਚਾ ਆਇਆ। ਦਸ਼ਮੇਸ਼ ਦਰਬਾਰ ਨੇ ਇਹ ਪ੍ਰੋਜੈਕਟ ਕੀਤਾ, ਜਿਸ 'ਚ 3 ਮਿਲੀਅਨ ਦੇ ਕਰੀਬ ਤਾਂ ਜਿਹੜੇ ਉਹਦੇ ਮੈਂਬਰ ਨੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੇ, ਉਹਨਾਂ ਨੇ ਇਕੱਠੇ ਕਰਕੇ ਇਹਦੇ 'ਚ ਦਿੱਤੇ। ਅਬਾਊਟ ਇਹਦੇ 'ਚ 2 ਮਿਲੀਅਨ ਦੇ ਕਰੀਬ ਹਾਕਮ ਸਿੰਘ ਢੀਂਡਸਾ ਉਹਨਾਂ ਨੇ ਮਦਦ ਦਿੱਤੀ, ਕਿਉਂਕਿ ਉਹ ਦਸ਼ਮੇਸ਼ ਦਰਬਾਰ ਦੇ ਅਹਿਮ ਮੈਂਬਰਾਂ ਦੇ ਵਿੱਚੋਂ ਸਨ। ਤੇ ਉਹਦੇ ਬਾਅਦ ਕੋਈ ਕਾਰਨ ਹੋ ਗਿਆ, ਕਨਫਲਿਕਟ ਪੈ ਗਏ, ਤੇ ਇਹ ਲੀਜ਼ ਵੀ ਜਿਹੜੀ ਬਿਲਡਿੰਗ ਕੀਤੀ ਹੋਈ ਸੀ ਆਮ ਲੀਜ਼ ਨਾਲੋਂ ਸਸਤੀ ਲੀਜ਼ ਕੀਤੀ ਹੋਈ ਸੀ, ਕਿਉਂਕਿ ਬਈ ਸਰਾ ਹਾਕਮ ਸਿੰਘ ਢੀਂਡਸਾ ਨੇ ਇਹ ਬਿਲਡਿੰਗ ਬਣਾਉਣ 'ਚ ਮਦਦ ਕੀਤੀ ਹੋਈ ਹੈ। ਖਾਸੇ ਉਹਨਾਂ ਨੇ ਪੈਸੇ 'ਚ ਦਿੱਤੇ ਸੀ, ਕਿੰਨੇ ਨੇ ਮੈਂ ਇਸ ਨੂੰ ਕਹਿ ਨਹੀਂ ਸਕਦਾ, ਪਰ ਮਿਲੀਅਨ ਤੋਂ ਉੱਪਰ ਜਾਂ 2 ਮਿਲੀਅਨ ਦੇ ਨੇੜੇ ਸੀ
ਅੱਛਾ, ਉਹਦੇ ਬਾਅਦ ਫਿਰ ਇੱਕ ਆਪਸ ਵਿੱਚ ਕੇਸ ਚੱਲ ਪਿਆ ਸਿੱਖ ਅਕੈਡਮੀ ਦਾ ਤੇ ਦਸ਼ਮੇਸ਼ ਦਰਬਾਰ ਦਾ ਕੇਸ ਚੱਲਦਾ, ਤੇ ਇਹ ਜਿੰਨਾ ਵੀ ਉਹਨਾਂ ਨੇ ਦਿੱਤਾ ਸੀ ਉਹ ਸਾਰੀ ਮਨੀ ਆ ਜਿਹੜੀ, ਜਿਵੇਂ ਮੈਨੂੰ ਇੱਕ ਸਾਬਕਾ ਬੋਰਡ ਮੈਂਬਰ ਨੇ ਦੱਸਿਆ ਵੀ ਜਿੰਨੀ ਮਨੀ ਜਿਹੜੀ ਸੀ ਸਾਰੀ ਢੀਂਡਸਾ ਪਰਿਵਾਰ ਨੂੰ ਇਹ ਸਿੱਖ ਅਕੈਡਮੀ ਚੋਂ ਵਾਪਸ ਕਰ ਦਿੱਤੀ ਗਈ ਹੈ। ਲੀਜ਼ ਵੀ ਜਿਹੜੀ ਹੈ ਉਹ ਵੀ ਘੱਟ ਸੀ, ਜਿਹੜੀ ਹਾਲੇ ਜਿਹੜੀ ਹੁਣ ਵੱਧ ਗਈ ਹੋਵੇ ਜਾਂ ਕਿਸ ਤਰ੍ਹਾਂ ਗੱਲ ਹੋਈ ਹੋਵੇ ਇਹਦਾ ਮੈਨੂੰ ਨਹੀਂ ਪਤਾ। ਪਰ ਅਖੀਰ ਇਹ ਗੱਲ ਜਿਹੜੀ ਹੋਈ ਹੈ ਉਹ ਇਹ ਹੋਈ ਹੈ ਕਿ ਜਦ ਉਹਨਾਂ ਨੂੰ ਬਿਨਾਂ ਕਾਰਨ, ਹੁਣ ਉਹ ਕਹਿਣ ਜੀ ਇਹ ਪ੍ਰਾਈਵੇਸੀ ਦਾ ਮਾਮਲਾ ਹੈ ਅਸੀਂ ਦੱਸ ਨਹੀਂ ਸਕਦੇ, ਉਹ ਕਹਿੰਦੇ ਨਾ ਦੱਸੋ ਸਾਨੂੰ ਕਿਹੜੀ ਪ੍ਰਾਈਵੇਸੀ ਦੀ ਗੱਲ, ਇਹਦੇ ਤੇ ਕਰੈਕਟਰ ਦੀ ਗੱਲ ਬਾਹਰ ਚੱਲ ਰਹੀ ਸੀ। ਕਰੈਕਟਰ ਦਾ ਕੋਈ ਇਸ਼ੂ ਨਹੀਂ, ਕਿਉਂਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਕਿ ਨੋ, ਇਹਦੇ 'ਚ ਇਹੋ ਜਿਹੀ ਕੋਈ ਗੱਲ ਨਹੀਂ। ਮਨਿੰਦਰ ਸਿੰਘ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਉਹ ਜਦ ਵੀ ਕਿਤੇ ਸਮਾਂ ਹੋਵੇ ਜਿੱਥੇ ਸੱਚ ਦੀ ਗੱਲ ਕਰਨੀ ਵੀ ਉਹ ਕਰ ਦਿੰਦੇ ਆ, ਫਿਰ ਕੋਈ ਕਿਸੇ ਦੇ ਖਿਲਾਫ ਹੋਵੇ ਕਿਸੇ ਦੇ ਨਹੀਂ, ਇਹ ਉਹਨਾਂ ਦੇ ਕਰੈਕਟਰ ਦੇ ਵਿੱਚ। ਸੋ ਇਹ ਜਿਹੜਾ ਹੁਣ ਉਹਨਾਂ ਨੂੰ ਵਾਪਸ ਲੈ ਲਿਆ, ਕੀ ਇਹ ਜਿਹੜੀ ਰਿਫਟ ਹੈ ਇਹ ਬੋਰਡ ਆਫ ਡਾਇਰੈਕਟਰ ਦੇ ਤੇ EMPLOYE ਦੇ ਵਿੱਚ ਜਿਹੜੀ ਆ ਜਾਂਦੀ ਹੈ ਉਹ ਕਿਵੇਂ ਰਹੇਗੀ, ਇਹਦਾ ਭਵਿੱਖ ਕੀ ਹੈ, ਇਹ ਤੁਹਾਨੂੰ ਤਾਂ ਕੁਛ ਨਹੀਂ ਕਹਿ ਸਕਦੇ। ਪਰ ਹੁਣ ਉਹਨਾਂ ਨੂੰ ਵਾਪਸੀ ਜਿਹੜੀ ਸਤਿਕਾਰ ਦੇ ਸਹਿਤ, ਇੱਜ਼ਤ ਦੇ ਸਹਿਤ ਦੁਬਾਰਾ ਪ੍ਰਿੰਸੀਪਲ ਦਾ ਦਫ਼ਤਰ ਦਿੱਤਾ, ਕਿਉਂਕਿ ਲੋਕਾਂ ਨੇ ਵੇਖਿਆ ਕਿ ਕਿਵੇਂ ਕਲੋਵਰਡੇਲ ਤੋਂ ਜ਼ਿਆਦਾ ਸੰਸਥਾ ਆਈ, ਪੋਰਟੇਬਲ ਦੇ ਵਿੱਚ ਸੀ, ਪੋਰਟੇਬਲ ਤੋਂ ਫਿਰ ਇਹ ਬਿਲਡਿੰਗ 'ਚ ਆਏ ਤੇ 7 ਦਿਨ ਵੀਕ ਦੇ 7 ਦਿਨ ਜਿਹੜੇ ਸਰਦਾਰ ਬਲਦੀਪ ਸਿੰਘ ਹੇਰ ਉੱਥੇ ਸੇਵਾ ਕਰਦੇ ਰਹੇ। ਮਾਪਿਆਂ ਤੇ ਉਸ ਗੱਲ ਦਾ ਡੂੰਘਾ ਪ੍ਰਭਾਵ ਹੈ। ਬਹੁਤ ਮਾਪੇ ਤੇ ਜਵਾਕ ਜਦੋਂ ਖਾਲਸਾ ਸਕੂਲ 'ਚੋਂ ਹਟ ਕੇ ਆਏ ਨਾਲ ਲੈ ਕੇ ਆਏ ਨੇ। ਹੁਣ ਇਹ ਅਗਲਾ ਜਿਹੜੀ ਅਸਲ ਸਾਡੀ ਕਮਿਊਨਿਟੀ ਦੀ, ਸਾਡੀ ਕੌਮ ਦੀ ਬਦਕਿਸਮਤੀ ਇਹ ਹੈ ਵੀ ਮੂਹਰੇ ਕੁਝ ਦਿਖਦਾ, ਪਿੱਛੇ ਕੁਝ ਹੋ ਰਿਹਾ ਹੁੰਦਾ। ਇਹ ਜਿਹੜਾ ਇਸ਼ੂ ਹੈ, ਕਿਉਂਕਿ ਇੱਕ ਜਿਹੜਾ ਵਪਾਰੀਆਂ ਦਾ, ਬਿਜ਼ਨਸਮੈਨ ਦੇ ਮਨ ਦੇ ਵਿੱਚ ਇਹ ਹੈ ਕਿ ਹੋਰ ਕੁਛ ਨਾ ਹੋਵੇ, ਸਾਡਾ ਹੀ ਸਾਰਾ ਕੁਝ ਮੇਰਾ ਹੀ ਹੋਵੇ, ਉਹ ਫਿਰ ਕਿਤੇ ਨਾ ਕਿਤੇ ਘਾਤਕ ਹੋ ਜਾਂਦਾ। ਔਰ ਇਹ ਸਿੱਖ ਸੰਗਤਾਂ ਮੂੰਹ ਤੋੜ ਜਵਾਬ ਦੇ ਰਹੀਆਂ ਨੇ ਪਿਛਲੇ 5-4 ਸਾਲਾਂ 'ਚ, ਦੱਸ ਰਹੇ ਨੇ ਉਹ ਵੀ ਅਸੀਂ ਇਹ ਨਹੀਂ ਹੋਣ ਦੇਣਾ, ਜਿਹੜਾ ਹੋ ਗਿਆ ਹੋ ਗਿਆ। ਸੋ ਇਹ ਸਿੱਖ ਅਕੈਡਮੀ ਦੇ ਨੇ ਦੁਬਾਰਾ ਉਹਨਾਂ ਨੂੰ ਵਾਪਸ ਲੈ ਲਿਆ ਤੇ ਸਕੂਲ ਅੱਜ ਖੁੱਲ੍ਹ ਗਿਆ। ਜਵਾਕ ਉਹ ਕਹਿੰਦੇ ਇੱਕ ਵੀ ਜਵਾਕ ਅੰਦਰ ਨਹੀਂ ਆਏਗਾ, ਇੱਕ ਵੀ ਜਵਾਕ ਆਇਆ ਨਹੀਂ। ਹੈਰਾਨੀ ਇਸ ਗੱਲ ਦੀ ਹੋ ਗਈ। ਤੇ ਇਹ ਹੁਣ ਇਹ ਗਾਂਹ ਤੋਂ ਸੰਸਥਾਵਾਂ ਨੂੰ ਇਹ ਸੋਚਣਾ ਚਾਹੀਦਾ ਵੀ ਸੰਸਥਾਵਾਂ ਦੇ ਨਾਲ EMPLOYE ਨੇ, EMPLOYE ਦੇ ਨਾਲ ਸੰਸਥਾਵਾਂ ਨੇ। ਕੱਲ੍ਹ ਨੂੰ ਜਦ ਲੱਗਣ ਲੱਗ ਜਾਂਦਾ ਸੰਸਥਾ ਨੂੰ ਵੀ ਨਹੀਂ ਜੀ ਇਸ ਤਾਂ ਸੰਸਥਾ ਦੇ ਤੌਰ 'ਤੇ ਚੱਲਦਾ, ਜਿਹਨੂੰ ਮਰਜ਼ੀ ਕੱਢ ਕੇ ਰੱਖ ਦਈਏ ਬਾਹਰ, ਇਹ ਗੱਲਾਂ ਝੂਠੀਆਂ ਹੋ ਜਾਂਦੀਆਂ ਨੇ। ਤੁਹਾਡੇ ਸਾਹਮਣੇ ਆ ਹੋ ਕੇ ਹਟੀਆਂ। ਹੁਣ ਵਪਾਰਕ ਸੰਦੇਸ਼ਾਂ ਤੋਂ ਬਾਅਦ ਗੱਲਬਾਤ ਅੱਜ ਖਾਸ ਜਿਹੜੀ ਚੱਲਣੀ ਹੈ ਡਰੱਗ ਦੇ ਬਾਰੇ, ਤੇ ਪਰ ਉਦੋਂ ਪਹਿਲਾਂ ਮੇਵਾ ਸਿੰਘ ਲੋਪੋਂਕੇ ਹੋਣਾ ਦੇ, ਸ਼ਹੀਦ ਭਾਈ ਮੇਵਾ ਸਿੰਘ ਲੋਪੋਂਕੇ ਦੇ ਬਾਰੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਤਾਂ ਕਰ ਸਕਦੇ ਹੋ। ਨਾਲੇ ਮੈਂ ਜਦ ਤੱਕ ਤੁਹਾਡੀਆਂ ਕਾਲ ਦੀ ਵੇਟ ਕਰਦਾ ਦੱਸ ਦੇਵਾਂ ਕਿ ਬ੍ਰੇਕਿੰਗ ਨਿਊਜ਼ ਟਾਈਪ ਇਹ ਹੈ ਕਿ NDP ਦੇ ਲੀਡਰ ਜਗਮੀਤ ਸਿੰਘ ਉਹਨਾਂ ਨੇ ਨਿਊਜ਼ ਕਾਨਫਰੰਸ ਸੱਦ ਲਈ ਹੈ। ਅੱਜ ਭਰੋਸੇ ਦੀ ਗੱਲ, ਕੌਨਫੀਡੈਂਸ ਦੀ ਗੱਲ ਹੋ ਸਕਦੀ ਹੈ, ਨਾਨ ਕੌਨਫੀਡੈਂਸ ਵੋਟ ਹੋ ਸਕਦੀ ਹੈ, ਕਿਉਂਕਿ ਕੰਜ਼ਰਵੇਟਿਵ ਦਾ ਮੋਸ਼ਨ ਹੈ ਕਿ ਸਪੈਸ਼ਲ ਕਮੇਟੀ ਜਿਹੜੀ ਬਣਾਈ ਜਾਵੇ ਲਿਬਰਲ ਦੇ ਐਥਿਕਸ ਤੇ ਸਪੈਂਡਿੰਗ ਦੇ ਬਾਰੇ, ਉਹਦੇ ਤੇ ਅੱਜ ਵੋਟਾਂ ਪੈਣੀਆਂ ਨੇ। ਬਲਾਕ ਤੇ ਕੰਜ਼ਰਵੇਟਿਵ ਜਿਹੜੇ ਨੇ ਜਿੱਥੇ ਇਸ ਗੱਲ ਤੇ ਲੱਗੇ ਹੋਏ ਨੇ, NDP ਦੇ ਲਈ ਕੰਜ਼ਰਵੇਟਿਵ ਜਿਹੜੇ ਨੇ ਜਿੱਥੇ ਇਸ ਗੱਲ ਤੇ ਲੱਗੇ ਹੋਏ ਨੇ, NDP ਦੇ ਲੀਡਰ ਜਗਮੀਤ ਸਿੰਘ ਹੋਣੀ ਕਾਨਫਰੰਸ ਜਿਹੜਾ ਹੁਣ ਕਰ ਰਹੇ ਨੇ। ਇਹਦੇ ਤੇ ਜੇ ਬੇਭਰੋਸਗੀ ਹੋਗੀ ਤਾਂ ਫੈਡਰਲ ਇਲੈਕਸ਼ਨ ਵੀ ਆ ਸਕਦੀ ਹੈ। ਸੋ ਕਾਰਨ ਇਹ ਹੈ ਜਿਹੜਾ ਕੁਛ ਉੱਥੇ ਧਾਂਦਲੀਆਂ ਹੋਈਆਂ ਆਪੋਜੀਸ਼ਨ ਦੇ ਕਹਿਣ ਮੁਤਾਬਕ 20 ਚੈਰਿਟੀ ਦੀ ਤੇ ਹੋਰ, ਉਹਦੇ ਲਈ ਇੱਕ ਕਮੇਟੀ ਦਾ ਗਠਨ ਹੋਣੋਂ ਜਿਹੜੀ ਲਿਬਰਲ ਕਿਉਂ ਰੋਕ ਰਹੇ ਨੇ। ਲਿਬਰਲ ਨੇ ਪਹਿਲਾਂ ਵੀ ਸਰਕਾਰ ਜਿਹੜੀ ਕੰਮਕਾਰ ਚੱਲਦਾ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਇਸ ਤੇ ਜਿਹੜੀ ਕਮੇਟੀ ਬਣਾਉਣ ਦੀ ਮੰਗ ਸੀ, ਉਹ ਮੰਗ ਜਿਹੜੀ ਹੈ ਉਸ ਮੰਗ ਤੇ ਅੱਜ ਵੋਟਾਂ ਪੈਣੀਆਂ ਨੇ। ਦੇਖਦੇ ਹਾਂ ਉੱਥੇ ਕੀ ਗੱਲਬਾਤ ਹੋਏਗੀ। ਸਰਦਾਰ ਹਰਚੰਦ ਸਿੰਘ ਜੀ ਧਾਲੀਵਾਲ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1।
ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਧਾਲੀਵਾਲ ਸਾਹਿਬ, ਧੰਨਵਾਦ। ਬਹੁਤ ਚਿਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ। ਤੁਹਾਡੀ ਸਿਹਤ ਕਿਹੋ ਜੀ ਹੈ? ਸਾਰੇ ਸੁਣਨੇ ਵਾਲਿਆਂ ਨੂੰ ਵੀ, ਜਿਹੜੇ ਸਹੋਤੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਜਿਹੜੀ ਸਾਡੇ ਸਟਾਫ ਆ ਉਹਨਾਂ ਨੂੰ ਵੀ ਮੈਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਧਾਲੀਵਾਲ ਸਾਹਿਬ। ਮੇਰਾ ਬਾਪ ਵੀ 1908 ਚ ਆਇਆ ਸੀਗਾ। ਉਹਦੀ ਮੇਵਾ ਸਿੰਘ ਬਾਰੇ ਮੈਨੂੰ ਦੱਸਿਆ ਸੀਗਾ। ਅੱਛਾ ਜੀ। ਤੇ ਜਿਹੜਾ ਸੈਕੰਡ ਐਵਨਿਊ ਗੁਰਦੁਆਰਾ ਬਣਾਇਆ ਸੀ ਨਾ, ਉਹਦੀ ਮਿਹਰਬਾਨੀ ਸੀ। ਸਵਾ ਡਾਲਾ ਇਕੱਠਾ ਕਰ ਕਰਕੇ ਨਾ, ਬਾਹਲੇ ਲੋਕ ਉਹ ਘਰਾਂ ਦੇ ਨੇ ਕੁੱਕਾਂ ਚ ਰਹਿੰਦੇ ਸੀਗੇ। ਜਿਹੜੀ ਫਰੇਜ਼ਰ ਮਿਲ ਹੈਗੀ ਕਰਾਉਂਦਾ ਐਲਬੈਕ ਵੀ ਰਹੀ ਆ, ਮੈਂ ਉੱਥੇ ਵੀ ਕੰਮ ਕੀਤਾ। ਤੇ ਉੱਥੇ ਕੁੱਕ ਸੀਗੇ ਜਿਹੜੇ ਇਹ ਦੁਆਬੀਆਂ ਦਾ ਕੁੱਕ, ਮਹਿਲਾਂ ਦਾ ਤੇ ਮਾਲਵੇ ਵਾਲਿਆਂ ਦਾ ਜੀ। ਤੇ ਮੈਂ ਉਹ ਆਪਣੇ ਡੈਡ ਮੈਨੂੰ ਦੱਸਿਆ ਕਿ ਇਹ ਗੁਰਦੁਆਰਾ ਬਣਾਇਆ ਸਵਾ ਡਾਲਾ ਇਕੱਠਾ ਕਰ ਕਰਕੇ। ਇਹ ਗੁਰਦੁਆਰਾ ਉਹਦੀ ਮਿਹਰਬਾਨੀ ਸੀ ਜਿਹੜਾ ਸੈਕੰਡਿੰਗ ਬਣਾਇਆ। ਦੁੱਖ ਤਾਂ ਫਿਰ ਉਹਨੂੰ ਇਹ ਲੱਗਾ ਕਿ ਕਾਮਾ ਘਾਟਾ ਮਾਰੂ ਮੋੜਿਆ, ਤਾਂ ਇੱਕ ਜਿਹੜੇ ਗੁਰਦੁਆਰੇ ਵਿੱਚ ਸਣੇ ਜੁੱਤੀਆਂ ਪੁਲਿਸ ਨੇ ਸ਼ਹੀਦ ਕੀਤੇ, ਇਸ ਗੱਲ ਦਾ ਦੁੱਖ ਲੱਗਾ। ਤੇ ਉਹਨੂੰ ਫਿਰ ਜਦੋਂ ਇੱਕ ਸੀਨਾ ਦਾ ਸਟੇਸ਼ਨ ਸੀ ਜਿੱਥੇ ਸਾਰੇ ਲੋਕ ਬਹਿੰਦੇ ਹੁੰਦੇ ਸੀ ਆਪਣੇ। ਅੱਛਾ ਜੀ। ਉੱਥੇ ਫਿਰ ਉਹ ਗਿਆ ਤਾਂ ਇਹ ਜਿਹੜਾ ਬਾਬੂ ਲਿੱਤਰਾਂ ਵਾਲਾ ਤਾਂ ਬੇਲਾ ਸੋਂ ਗੋਰੇ ਦੀ ਸਾਈਡ ਦੇ ਸੀਗੇ। ਉਹ ਫਿਰ ਬਾਬੂ ਉਹਨੂੰ ਕਹਿਣ ਲੱਗਾ ਵੀ ਤੂੰ ਬੇਲਾ ਸਮੇਂ ਹੱਕ ਦੇ ਵਿੱਚ ਗਾਹੀ ਦੇਈ ਇਸ ਮੇਵਾ ਸਿਆ। ਤੇ ਉਹ ਕਹਿੰਦਾ ਵੀ ਨਹੀਂ, ਮੈਂ ਜੋ ਕੋਈ ਦੇਖਿਆ ਮੈਂ ਉਹ ਦਊਂਗੀ, ਉਹ ਗਾਹੀ ਦਊਂਗਾ। ਉਹ ਕਹਿੰਦਾ ਵੀ ਜੇ ਤੁਸੀਂ ਗਾਹੀ ਇਹ ਨਹੀਂ ਦੇਣੀ ਤੇ ਜਿੱਦਾਂ ਉਹਨੂੰ ਚਲਾਇਆ ਤੈਨੂੰ ਵੀ ਏਦਾਂ ਅਸੀਂ ਕਰ ਦੇਣਾ ਹੈਗਾ, ਹਨਾ, ਜਿਹੜੀ ਟੌਟਾਂ ਦੀ ਪਾਰਟੀ ਸੀਗੀ। ਤੇ ਇਹ ਫਿਰ ਮੇਵਾ ਸੋਂ ਇਸ ਗੱਲ ਦੇ ਵਿੱਚ ਫਿਕਰਮੰਦ ਸੋਚਾਂ ਚ ਪੈ ਗਿਆ ਵੀ ਇਹਨਾਂ ਤਾਂ ਮਾਰਨਾ ਹੀ ਆ, ਤੇ ਕਿਉਂ ਨਾ ਜਿਹੜੀ ਜੜ ਆ ਸਾਡੇ ਇਹ ਆਪਣੇ ਜਿਹੜਾ ਹੈਵਕੇਸ਼ਨ ਸੀਗਾ ਆਪਣੇ ਬੰਦਿਆਂ ਨੂੰ ਹੋਰ ਕਿਸੇ ਪਾਸੇ ਕਾਂਟੀ ਜੇ BC ਚੋਂ ਕੱਢਣਾ ਮੰਗਦਾ ਸੀਗਾ। ਹੰਡੋਰਸ ਭੇਜਦਾ ਸੀ। ਉਧਰ ਤੁਹਾਨੂੰ ਥਾਂ ਦੇ ਦਿੰਨੇ ਆ, ਜ਼ਮੀਨਾਂ ਦੇ ਦਿੰਨੇ ਆ, ਪਰ ਬੰਦੇ 5 ਬੰਦੇ ਗਏ ਤੇ ਜੇ ਆ ਕੇ ਰੋਏ ਪਿੱਟੇ, ਕਹਿੰਦੇ ਮਰ ਜਾਓ ਮਿਟ ਜਾਓ, ਇੱਥੋਂ ਨਹੀਂ ਹਿੱਲਣਾ, BC ਚੋਂ ਨਹੀਂ ਹਿੱਲਣਾ। ਆਹੀ ਆ ਸਾਰੇ ਕੈਨੇਡਾ ਦਾ ਵਧੀਆ ਏਰੀਆ। ਸੋ ਸਾਡੇ ਬਜ਼ੁਰਗ ਇਸ ਗੱਲ ਤੇ ਅੜੇ ਰਹੇ। ਉਸ ਮੇਵਾ ਸਿੰਘ ਸ਼ਹੀਦ ਅੱਜ ਦੇ ਦਿਨ ਜਿਨ ਗੋਲੀਆਂ ਮਾਰ ਕੇ ਕੀਤਾ, ਉਸ ਮੇਵਾ ਸਿੰਘ ਸ਼ਹੀਦ ਦੀ ਫਰੇਜ਼ਰ ਮਿਲ ਉਹਦੇ ਨਾਂ ਦਾ ਗੁਰਦੁਆਰਾ ਚੱਲਦਾ ਸੀਗਾ। ਮੈਂ 54 ਚ ਆਇਆ, 57 ਤੱਕ ਉਹ ਗੁਰਦੁਆਰਾ 3 ਸਾਲ ਅਸੀਂ ਚੱਲਿਆ। ਬਜ਼ੁਰਗ ਇਹ ਬੈਂਚ ਰੱਖ ਕੇ ਟਰੱਕਾਂ ਦੇ ਵਿੱਚ, ਤੇ ਉੱਥੇ ਉਹਦਾ ਸ਼ਹੀਦੀ ਦਿਹਾੜਾ 11 ਜਨਵਰੀ ਨੂੰ ਮਨਾਉਣ ਜਾਂਦੇ ਸੀਗੇ ਹਰ ਸਾਲ। 3 ਸਾਲ ਗਿਆ ਮੈਂ। ਹਾਂਜੀ। ਮੁੜ ਕੇ ਤਾਂ ਫਿਰ ਉਹ ਗੁਰਦੁਆਰਾ ਜਿਹੜੇ ਘਰ ਵੀ ਸੀਗੇ ਉਹਨੇ ਕਿਹਾ ਕੰਪਨੀ ਦਾ ਥਾਂ ਸੀਗਾ ਤੇ ਤੁਸੀਂ ਆਪਣਾ ਚੱਕ ਲਓ ਸਾਰਾ ਕੁਛ ਜੀ। ਪਰ ਮੈਂ ਗੁਰਦੁਆਰੇ ਨੂੰ ਹੱਥ ਨਹੀਂ ਲਾਇਆ। ਗੁਰਦੁਆਰਾ ਘਰ ਜਿਹੜੇ ਸੀਗੇ ਉਹਨਾਂ ਨੂੰ ਕਹਿੰਦੇ ਆਪਣੇ ਫੱਟੇ ਢੇੜ ਕੇ ਲੈ ਜਾਓ। ਉਹਨਾਂ ਨਾਲ ਤਾਂ ਕਪੂਰ ਤੋਂ ਤੁੰਗੋਵਾਲ ਜੀ ਮੈਨੂੰ ਲੈ ਜਾਂਦਾ ਸੀਗਾ ਤੇ ਰਿਸ਼ਤੇਦਾਰ ਸੀਗੇ। ਸੋ ਇਹਨੂੰ ਗੱਲ ਆ ਬਈ ਬੇਲਾ ਸਿੰਘ ਨੇ ਜਿਹੜਾ ਕੰਮ ਕੀਤਾ, ਫਿਰ ਇਹਨੂੰ ਵੀ ਸੂੰਢ ਵਾਲੇ ਹਰੀ ਸਿੰਘ ਨੇ ਇੰਡੀਆ ਵਿੱਚ ਸੋਧਿਆ। ਜਦੋਂ ਸ਼ਰਾਬ ਲੈ ਕੇ ਮੀਟ ਲੈ ਕੇ ਤਾਂਗੇ ਚ ਰੱਖ ਕੇ ਜੱਬੇਵਾਲ ਤੋਂ ਆਪਣੇ ਪਿੰਡ ਨੂੰ ਆਉਂਦਾ ਸੀਗਾ, ਲੋਕੇ ਬੈਠਾ ਸੀਗਾ ਤੇ ਉਹ ਕਿਹਾ ਵੀ ਤੂੰ ਜਿਹੜਾ ਕਾਰਾ ਉੱਥੇ ਕਰਕੇ ਆਇਆ ਅੱਜ ਦੇਖ ਲਾ ਪਈ। ਧੰਨਵਾਦ ਧਾਲੀਵਾਲ ਸਾਹਿਬ, ਧੰਨਵਾਦ। ਬਹੁਤ ਚਿਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਤੇ 6-7 ਵਰ੍ਹੇ ਬਾਅਦ, ਤੇ ਧੰਨਵਾਦ ਬਹੁਤ ਬਹੁਤ ਪੁਰਾਣੇ ਸਮੇਂ ਨੂੰ ਯਾਦ ਕਰਾਉਣ ਲਈ। ਖੁਸ਼ਕਿਸਮਤ ਹੈ ਜਿਹੜਾ ਤੁਹਾਡੇ ਨਾਲ ਗੱਲਬਾਤ ਅੱਜ ਹੋ ਗਈ ਹੈ। ਮੈਨੂੰ ਵੀ ਏਦਾਂ ਝਿਜਕਣੀ ਆਈ ਜਦੋਂ ਤੁਸੀਂ ਕਿਹਾ ਬਈ ਗੱਲ ਕਰ ਸਕਦੇ ਉਹਦੇ ਬਾਰੇ, ਤੇ ਮੈਂ ਕਿਹਾ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਕਿਉਂ ਨਾ ਦੱਸ ਦੇਵਾਂ। ਧੰਨਵਾਦ ਜੀ ਧਾਲੀਵਾਲ ਸਾਹਿਬ, ਧੰਨਵਾਦ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇਰੇ ਸਹੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਸਰਦਾਰ ਹਰਚੰਦ ਸਿੰਘ ਧਾਲੀਵਾਲ, ਹਰਬ ਧਾਲੀਵਾਲ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਅੱਗੇ ਸ਼ੇਰੇ ਪੰਜਾਬ 2014 ਤੋਂ ਪਹਿਲਾਂ ਆਪਣੇ ਪ੍ਰੋਗਰਾਮ 'ਚ ਉਹ ਅਕਸਰ ਗੱਲ ਕਰਦੇ ਹੁੰਦੇ ਆ ਕੇ, ਅਤੇ ਅੱਜ ਬਹੁਤ ਚਿਰਾਂ ਬਾਅਦ ਉਹਨਾਂ ਦੀ ਆਵਾਜ਼ ਸੁਣੀ ਹੈ। ਉਹਨਾਂ ਨੇ ਦੱਸਤਾ ਕਿ ਅਸਲ ਕਹਾਣੀਆਂ ਕੀ ਨੇ। ਉਸ ਸਮੇਂ ਦੀ ਸਵਾ ਡਾਲਰ ਇਕੱਠਾ ਕਰਕੇ ਗੁਰਦੁਆਰਾ ਬਣਾਇਆ, ਪਤਾ ਨਹੀਂ ਕਿਉਂ ਵੇਚਿਆ, ਤਾਂ ਹੁਣ ਵੇਚਣ ਵਾਲੇ ਦੱਸ ਸਕਦੇ ਨੇ ਵੀ ਕਿਹੜੀ ਗੱਲ ਲਈ ਵੇਚਿਆ। ਉਹ ਜਗ੍ਹਾ ਚਾਹੀਦੀ ਸੀ, ਵੱਡੀ ਜਗ੍ਹਾ ਚਾਹੀਦੀ ਸੀ, ਇਹ ਤਾਂ ਇੱਕ ਤਾਂ ਉਹਦਾ ਇਹ ਜਵਾਬ ਹੈ। ਪਰ ਅੱਜ 2 ਐਵਨਿਊ 'ਤੇ ਉਹ ਜਗ੍ਹਾ ਦੀ ਕਿੰਨੀ ਮਹੱਤਤਾ ਹੋਣੀ ਸੀ। ਸਾਡਾ ਮਿਊਜ਼ੀਅਮ ਜਿਹੜਾ ਅੱਜ ਕੱਲ੍ਹ NDP ਨੇ ਕਿਹਾ ਸਾਊਥ ਏਸ਼ੀਅਨ ਮਿਊਜ਼ੀਅਮ ਬਣਨਾ, ਉੱਥੇ ਉਹ ਬਣ ਸਕਦਾ ਸੀ ਕਿਉਂਕਿ ਉਹ ਮਿਊਜ਼ੀਅਮ ਹੀ ਹੈ। ਸੋ ਦੁਬਾਰਾ ਉਸ ਗੱਲ 'ਤੇ ਆਵਾਂ ਕਿ ਬਹੁਤ ਕੁਛ ਚੱਲ ਰਿਹਾ ਜਿਹੜਾ ਓਟਵਾ ਦੇ ਵਿੱਚ ਬਲਾਕ ਕਬੈਕਵਾ ਅਤੇ ਕੰਜ਼ਰਵੇਟਿਵ ਇਹ ਵੋਟ ਪਾ ਰਹੇ ਨੇ ਕਿ ਕਮੇਟੀ ਬਣਨੀ ਚਾਹੀਦੀ ਹੈ ਜਿਹਦੇ 'ਚ ਸਪੈਂਡਿੰਗ ਅਤੇ ਐਥਿਕਸ ਦੀ ਗੱਲ ਹੋਵੇ, ਵੀ ਚੈਰਿਟੀ ਦੀ ਗੱਲ ਹੋਵੇ, ਔਰ ਇਹ ਹੋਣੀ ਚਾਹੀਦੀ ਹੈ। ਕਿਉਂ ਨਾ ਬਣੇ? ਚੱਕ ਕੇ ਲੋਕਾਂ ਦੇ ਪੈਸੇ, ਕੈਨੇਡੀਅਨ ਦੇ ਪੈਸੇ ਕੈਨੇਡੀਅਨ ਨੂੰ ਦੇ ਕੇ ਜੇ ਇੱਕ ਲਿਬਰਲ ਸਰਕਾਰ ਉਹ ਤੋਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੀ ਹੈ, ਉਹਦੇ ਵਿੱਚ ਕੀ ਹੋਇਆ ਉਹਦੇ 'ਚ ਪਤਾ ਹੋਣਾ ਚਾਹੀਦਾ। ਹੁਣ ਸਾਰੇ ਲੋਕ ਜਗਮੀਤ ਸਿੰਘ ਵੱਲ ਦੇਖਦੇ ਨੇ ਕਿ ਜਗਮੀਤ ਸਿੰਘ ਇਸ 'ਤੇ ਕੀ ਕਰੇਗੇ। ਪ੍ਰੈਸ ਕਾਨਫਰੰਸ ਉਹਨਾਂ ਦੀ ਚੱਲ ਰਹੀ ਹੈ, ਸ਼ੋਅ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਣਾ ਉਹਨਾਂ ਨੇ ਕੀ ਕਿਹਾ। ਵਪਾਰਕ ਸੰਦੇਸ਼ ਆ ਕੇ ਅਗਲੇ ਵਿਸ਼ੇ 'ਤੇ ਗੱਲ ਕਰਦੇ। ਮੇਰੇ ਨਾਲ ਹੁਣ ਸਰਦਾਰ ਪ੍ਰਿਤਪਾਲ ਸਿੰਘ ਸੇਖੋਂ ਨੇ ਡਰੱਗ ਦੇ ਬਾਰੇ, ਉਹਨਾਂ ਨੇ ਡਰੱਗ ਓਵਰਡੋਜ਼ ਤੇ ਓਪੀਓਇਡ ਕ੍ਰਾਈਸਿਸ 'ਤੇ ਬੜਾ ਕੰਮ ਕੀਤਾ, ਬੜਾ ਰਲ ਕੇ ਬੜੇ ਸ਼ੋਅ ਆਪਾਂ ਪ੍ਰਿਤਪਾਲ ਸਿੰਘ ਸੇਖੋਂ ਉਹਨਾਂ ਨੇ ਕੀਤੇ ਨੇ। ਵੱਡੀ ਇੱਕ ਡਰੱਗ ਲੈਬ ਪਿਛਲੇ ਦਿਨੀ ਸਰੀ ਦੇ ਵਿੱਚੋਂ ਫੜੀ ਗਈ ਸੀ, 94 ਤੇ 129 ਤੇ ਅਗਸਤ 20 ਦੇ ਵਿੱਚ ਕੁਆਂਟਲਾਂ ਦੇ ਵਿੱਚ ਸਮਾਨ ਸੀ ਉਹਦੇ ਵਿੱਚ, ਅਤੇ ਮਸ਼ੀਨਾਂ ਬਣਾਉਣ ਵਾਲੀਆਂ, ਹੈਂਡਗਨ ਅਤੇ ਬਹੁਤ ਕੁਝ ਸੀ ਉਹਦੇ 'ਚ, ਅਤੇ ਡਰੱਗ ਬ੍ਰਿਕ ਪ੍ਰੈਸ ਸੀ। 24 ਲੱਖ ਕੰਟੇਨਰ ਉੱਤਰ ਡੈਲਟਾ ਦੀ ਪੋਰਟ 'ਤੇ, ਉਹਦੇ 'ਚੋਂ 0.5% ਇੰਸਪੈਕਟ ਹੁੰਦਾ, ਸਿਰਫ 12,000 ਸਾਰੇ ਸਾਲ ਦੇ ਵਿੱਚ 1000 ਜਿਹੜਾ ਟ੍ਰੇਲਰ ਆਪਣੇ ਕੰਟੇਨਰ ਹੈ 1 ਮਹੀਨੇ ਦੇ ਵਿੱਚ ਉਹ ਕਰਦੇ ਨੇ। ਇਸ 'ਤੇ ਅੱਜ ਗੱਲਬਾਤ ਹੋਏਗੀ, ਇਹਦੇ ਕਾਰਨ ਇਹ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ, ਇਹਦੇ 'ਤੇ ਕੀ ਕੁਛ ਹੋਣ ਦੀ ਲੋੜ ਹੈ। ਸੇਖੋਂ ਸਾਹਿਬ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੀਤ ਜੀ, ਤੇ ਸਤਿ ਸ੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਤੇ ਪਹਿਲਾਂ ਤਾਂ ਮੁਬਾਰਕਾਂ ਸ਼ੇਰੇ ਪੰਜਾਬ ਰੇਡੀਓ ਦੀਆਂ। ਧੰਨਵਾਦ ਜੀ ਤੁਹਾਨੂੰ ਤੇ ਆਪ ਜੀ ਨੂੰ ਤੇ ਮੈਨੇਜਮੈਂਟ ਨੂੰ, ਤੇ ਧੰਨਵਾਦ ਤੁਹਾਡਾ। ਮੈਨੂੰ ਤੁਸੀਂ ਸਮਾਂ ਦਿੰਦੇ ਰਹਿੰਦੇ ਹੋ ਜਦੋਂ ਵੀ ਕੋਈ ਇਹੋ ਜਿਹੇ ਕ੍ਰਾਈਸਿਸ ਦੇ ਉੱਤੇ ਤੁਸੀਂ ਕੋਈ ਗੱਲ ਕਰਨੀ ਹੁੰਦੀ, ਸਪੈਸ਼ਲੀ ਮਨੀ ਲਾਂਡਰਿੰਗ, ਓਵਰਡੋਜ਼ ਤੇ ਹਾਊਸਿੰਗ ਦੇ ਉੱਪਰ। ਜੀ ਜੀ। ਤੇ ਤਕਰੀਬਨ 2013 ਤੋਂ ਮੈਂ ਦੇਖੋ ਓਵਰਡੋਜ਼ ਦੇ ਬਾਰੇ ਲੋਕਾਂ ਨੂੰ ਦੱਸਦਾ ਆ ਰਿਹਾ ਕਿ ਇਹ ਜਿਹੜੀ ਆਪਦਾ ਹੈਗੀ, ਆਪਦਾ ਮੀਨ ਕ੍ਰਾਈਸਿਸ ਹੈਗਾ ਹੈ ਬਹੁਤ ਵੱਡਾ। ਜੀ ਜੀ। ਔਰ ਇਸ ਕ੍ਰਾਈਸਿਸ ਦੇ ਲਈ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਹਦੇ ਲਈ 3 ਚੀਜ਼ਾਂ ਜ਼ਿੰਮੇਵਾਰ ਨੇ। ਇੱਕ ਤਾਂ ਸਾਡਾ ਸਿਸਟਮ, ਪੋਲੀਟੀਕਲ ਸਿਸਟਮ, ਜਿਹਦੇ 'ਚ ਸਰਕਾਰਾਂ ਜ਼ਿੰਮੇਵਾਰ ਨੇ ਜੀ। ਦੂਜਾ ਲਾਅ ਐਂਡ ਆਰਡਰ ਦੇ ਵਿੱਚ ਜਿਹੜਾ ਸਾਡਾ ਜਸਟਿਸ ਸਿਸਟਮ ਹੈਗਾ, ਉਹ ਜ਼ਿੰਮੇਵਾਰ ਹੈ ਕਿ ਸਾਡੇ ਕਾਨੂੰਨ ਬੜੇ ਨਰਮ ਨੇ, ਔਰ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਕੇ ਜਿਹੜੇ ਕ੍ਰਿਮੀਨਲਸ ਨੇ ਉਹ ਫੜੇ ਜਾਣ ਤੋਂ ਬਾਅਦ ਵੀ ਛੁੱਟ ਜਾਂਦੇ ਨੇ। ਤੇ ਤੀਜਾ ਜਿਹੜਾ ਸਭ ਤੋਂ ਵੱਡਾ ਇਨਵੋਲਵਮੈਂਟ ਹੈਗੀ ਆ, ਉਹ ਹੈਗੀ ਆ ਸਾਡੇ ਮੈਡੀਕਲ ਸਿਸਟਮ, ਜਿਹਦੇ 'ਚ ਫਾਰਮਾਸਿਊਟੀਕਲ ਕੰਪਨੀਜ਼ ਵੀ ਆ ਜਾਂਦੀਆਂ ਨੇ ਤੇ ਡਾਕਟਰ ਵੀ ਆ ਜਾਂਦੇ ਨੇ। ਜਦੋਂ ਮੈਂ ਇਹ ਗੱਲ ਕਹਿਣਾ ਲੋਕਾਂ ਦੀ ਸਮਝ ਨਹੀਂ ਆਉਂਦੀ ਜੀ, ਤੇ ਇਹ ਗੱਲ ਸਮਝਣ ਵਾਲੀ ਇਹ ਇਸ ਕਰਕੇ ਹੈਗੀ ਆ ਕਿ ਜਦੋਂ ਤੁਸੀਂ ਓਵਰਡੋਜ਼ ਦੇ ਨਾਲ ਮਰਨ ਵਾਲੇ ਵਿਅਕਤੀ ਜਾਂ ਡਰੱਗ ਲੈ ਰਹੇ ਵਿਅਕਤੀ ਦੀ ਮੈਡੀਕਲ ਹਿਸਟਰੀ ਨੂੰ ਦੇਖਦੇ ਹੋ ਤਾਂ ਉਹਦੇ ਵਿੱਚ ਇੱਕ ਚੀਜ਼ ਸਮਝ ਆਉਂਦੀ ਹੈ ਕਿ ਇਹ ਵਿਅਕਤੀ ਕਿਸੇ ਟਾਈਮ ਤੇ ਬੜਾ ਰਿਸ਼ਟ ਪੁਸ਼ਟ, ਖੁਸ਼ਹਾਲ, ਮਿਹਨਤੀ ਤੇ ਹਾਰਡ ਵਰਕਰ ਸੀਗਾ ਜੀ। ਸਮਹਾਉ ਉਹਦਾ ਟਰੱਕ ਦਾ ਐਕਸੀਡੈਂਟ ਹੋ ਗਿਆ, ਉਹ ਕਿਸੇ ਤਰ੍ਹਾਂ ਨਾਲ ਸੱਟਾਂ ਲੱਗ ਗਈਆਂ। ਉਹ ਸੱਟਾਂ ਦੀ ਰਿਕਵਰੀ ਲਈ ਇੰਸ਼ੋਰੈਂਸ ਕੰਪਨੀਜ਼ ਮੈਡੀਕਲ ਸਿਸਟਮ ਨੂੰ ਫੋਰਸ ਕਰਦੀ ਹੈ ਕਿ ਇਹਨੂੰ ਓਪੀਆਈਡ ਦਿੱਤਾ ਜਾਵੇ ਤਾਂ ਜੋ ਪੇਨ ਕਿਲਰ ਦੇ ਤੌਰ ਤੇ ਓਪੀਆਈਡ ਇਹਨੂੰ ਜਲਦੀ ਤੋਂ ਜਲਦੀ ਕੰਮ ਤੇ ਵਾਪਸ ਜਾਵੇ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਕਾਸਟ ਆ, ਕਿਉਂਕਿ ਫਾਰਮਾਸਿਊਟੀਕਲ ਕੰਪਨੀ, ਇੰਸ਼ੋਰੈਂਸ ਕੰਪਨੀ ਤੇ ਡਾਕਟਰ, ਇਹ ਤਿੰਨਾਂ ਦੀ ਮਿਲ ਭੁਗਤ ਨਾਲ ਕੰਮ ਸਟਾਰਟ ਹੁੰਦਾ ਹੈਗਾ, ਜਿਹੜਾ ਕਿ ਪ੍ਰੂਵਨ ਹੋ ਚੁੱਕਿਆ। ਕੋਰਟਾਂ ਦੇ ਵਿੱਚ ਫੈਸਲੇ ਆ ਚੁੱਕੇ ਨੇ, ਮਿਲੀਅਨ ਐਂਡ ਮਿਲੀਅਨ ਡਾਲਰ ਦੇ ਕੰਪਨਸੇਟ ਦਿੱਤੇ ਜਾ ਚੁੱਕੇ ਨੇ। ਇੱਕ ਕੰਪਨੀ ਬੈਂਕਰਪਟ ਵੀ ਹੋ ਗਈ, $13 ਬਿਲੀਅਨ ਦੇ ਕਰੀਬ। ਉਹਦੇ ਤੇ ਹੋਰ ਵੀ ਕੇਸ ਅਜੇ ਪੈਂਡਿੰਗ ਨੇ। ਇਹ ਸਮਝਿਆ ਜਾ ਰਿਹਾ ਕਿ 27 ਬਿਲੀਅਨ ਤੱਕ ਉਹਨੂੰ ਬੈਂਕਰਪਸੀ ਦੇ ਵਿੱਚ ਕੰਪਨਸੇਟ ਕਰਨਾ ਪੈਣਾ ਹੈਗਾ, ਜਿਹੜੇ ਓਵਰਡੋਜ਼ ਦੇ ਨਾਲ ਲੋਕ ਮਰੇ ਨੇ, ਖਾਸ ਕਰਕੇ ਅਮਰੀਕਾ ਦੇ ਅੰਦਰ ਜੀ। ਔਰ
ਇੱਕ ਚੀਜ਼ ਹੋਰ ਸਮਝਣ ਵਾਲੀ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਆ ਕਿ ਡਾਕਟਰਾਂ ਨੇ ਇਹ ਬੜਾ ਓਵਰ ਪ੍ਰਸਕ੍ਰਾਈਬ ਕੀਤਾ, ਜਿਹੜਾ ਕਿ ਬੜੇ ਵੱਡੇ ਲੈਵਲ ਤੇ ਖੁਲਾਸੇ ਹੋਏ ਨੇ ਕਿ ਮੈਡੀਕਲ ਸਿਸਟਮ ਦੇ ਵਿੱਚ ਡਾਕਟਰਾਂ ਨੂੰ ਸਟ੍ਰਿਪ ਡਾਂਸਰਾਂ ਪ੍ਰੋਵਾਈਡ ਕੀਤੀਆਂ ਗਈਆਂ, ਐਕਸਪੈਂਸਿਵ ਵਕੇਸ਼ਨ ਪ੍ਰੋਵਾਈਡ ਕੀਤੇ ਗਏ, ਅੰਡਰ ਟੇਬਲ ਮਨੀ ਦਿੱਤੀ ਜਾਂਦੀ ਰਹੀ ਓਵਰਡੋਜ਼ ਓਪੀਆਈਡ ਪ੍ਰਸਕ੍ਰਾਈਬ ਕਰਨ ਦੇ ਲਈ ਐਜ਼ ਏ ਪੇਨ ਕਿਲਰ। ਔਰ ਉਹ ਵਿਅਕਤੀ ਜਿਹੜੇ ਰਿਸਟਪੁਸ ਸੀਗੇ, ਚੰਗੇ ਭਲੇ ਸੀਗੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਉਹ ਕਦੋਂ ਡਰੱਗ ਐਡਿਕਟਡ ਹੋ ਗਏ ਜੀ। ਔਰ ਉਹ ਡਰੱਗ ਐਡਿਕਟਡ ਹੋਣ ਤੋਂ ਬਾਅਦ ਕੀ ਹੁੰਦਾ ਕਿ ਪ੍ਰਸਕ੍ਰਿਪਸ਼ਨ ਬੰਦ ਹੋ ਜਾਂਦੀ ਹੈ, ਡਾਕਟਰ ਲਿਖਣਾ ਬੰਦ ਕਰ ਦਿੰਦੇ ਆ, ਉਹ ਕੰਮਾਂ ਤੇ ਵਾਪਸ ਚਲੇ ਜਾਂਦੇ ਆ, ਕੰਮਾਂ ਤੇ ਵਾਪਸ ਜਾ ਕੇ ਪੇਨ ਫੇਰ ਸਟਾਰਟ ਹੋ ਜਾਂਦੀ ਹੈ, ਉਹਨੂੰ ਮੈਨੇਜ ਨਹੀਂ ਕਰ ਪਾਉਂਦੇ ਔਰ ਉਹਨੂੰ ਮੈਨੇਜ ਕਰਨ ਲਈ ਉਹ ਸਟਰੀਟ ਤੇ ਚਲੇ ਜਾਂਦੇ ਨੇ। ਸਟਰੀਟ ਤੋਂ ਜਾ ਕੇ ਉਹ ਡਰੱਗ ਜਦੋਂ ਬਾਏ ਕਰਦੇ ਆ ਤਾਂ ਉਹਨਾਂ ਦਾ ਫਾਈਨੈਂਸ਼ੀਅਲ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਕੰਮ ਪ੍ਰਤੀ ਧਿਆਨ ਨਹੀਂ ਹੁੰਦਾ। ਦੂਜਾ, ਉਹ ਆਪਣਾ ਫਾਈਨੈਂਸ਼ੀਅਲ ਲਾਸ ਦੇ ਨਾਲ ਨਾਲ ਪਰਿਵਾਰਕ ਲਾਸ ਵੀ ਉਹਨਾਂ ਦਾ ਹੁੰਦਾ ਹੈ, ਪਰਿਵਾਰਿਕ ਤੌਰ ਤੇ ਟੁੱਟਣੇ ਸ਼ੁਰੂ ਹੋ ਜਾਂਦੇ। ਜੇ ਉਹ ਮੈਰਿਡ ਨੇ ਤਾਂ ਉਹਨਾਂ ਦੀ ਵਾਈਫ ਉਹਨਾਂ ਤੋਂ ਡਾਈਵੋਰਸ ਲੈ ਜਾਂਦੀ ਹੈ, ਜੇ ਉਹ ਮਾਂ ਪਿਓ ਨਾਲ ਰਹਿ ਰਹੇ ਤੇ ਮਾਂ ਪਿਓ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ, ਉਹ ਅਲਟੀਮੇਟ ਸਟਰੀਟ ਤੇ ਆ ਜਾਂਦੇ ਨੇ। ਜਦੋਂ ਸਟਰੀਟ ਤੇ ਆ ਜਾਂਦੇ ਨੇ ਉਸ ਤੋਂ ਬਾਅਦ ਦਾ ਤੁਹਾਨੂੰ ਹਸ਼ਰ ਪਤਾ ਹੀ ਹੈ ਕੀ ਉਹਨਾਂ ਦਾ ਹੁੰਦਾ ਹੈਗਾ ਜੀ। ਔਰ ਦੂਜੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਇਸ ਵੇਲੇ ਜਿਹੜੀ ਮੌਤ ਹੋ ਰਹੀਆਂ ਓਵਰਡੋਜ਼ ਦੀਆਂ, ਉਹ ਘਰਾਂ 'ਚ ਹੋ ਰਹੀਆਂ ਨੇ। ਮਤਲਬ ਕਿ 82% ਦੇ ਕਰੀਬ ਘਰਾਂ ਦੇ ਵਿੱਚ ਇਹ ਮੌਤਾਂ ਹੋ ਰਹੀਆਂ ਨੇ ਜੀ। ਔਰ ਇਹ ਮੌਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੀ ਕਮਿਊਨਿਟੀ ਦਾ ਜਿਹੜਾ ਇਸ ਵੇਲੇ ਨੁਕਸਾਨ ਹੋ ਰਿਹਾ ਹੈ, 256% ਇਨਕਰੀਜ਼ ਹੋਈ ਹੈ ਡੈਥਾਂ ਪਿਛਲੇ 4 ਜਾਂ 5 ਸਾਲਾਂ ਦੇ ਵਿੱਚ ਜੀ। ਔਰ ਇਹ ਜਿਹੜੀਆਂ ਡੈਥ ਨੇ ਇੰਨੇ ਵੱਡੇ ਲੈਵਲ ਤੇ ਇਨਕਰੀਜ਼ ਹੋਈਆਂ ਨੇ, ਖਾਸ ਕਰਕੇ ਸਾਡੀ ਕੌਮੀ ਇਹ ਚਿੰਤਾ ਦਾ ਵਿਸ਼ਾ ਹੈਗਾ, ਜਿਹਦੇ ਤੇ ਸਾਨੂੰ ਮਤਲਬ ਕਿ ਕੰਮ ਕਰਨ ਦੀ ਲੋੜ ਹੈਗੀ ਆ ਔਰ ਕੰਮ ਕਰਨਾ ਪੈਣਾ ਹੈ। ਇਲੈਕਸ਼ਨ ਦੇ ਦਿਨ ਨੇ, ਇਹ ਸਾਡੀ ਕਮਿਊਨਿਟੀ ਦਾ ਮੁੱਦਾ ਹੋਣਾ ਚਾਹੀਦਾ ਜਿਹੜਾ ਕਿ ਨਹੀਂ ਹੈਗਾ। ਔਰ ਇਹ ਮੁੱਦਾ ਸਾਨੂੰ ਇਸ ਵੇਲੇ ਆਪਣੇ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਕੈਂਡੀਡੇਟਾਂ ਦੇ ਮੂਹਰੇ ਰੱਖਣਾ ਚਾਹੀਦਾ ਹੈ ਕਿ ਮਨੀ ਲਾਂਡਰਿੰਗ, ਹਾਊਸਿੰਗ ਕ੍ਰਾਈਸਿਸ ਤੇ ਡਰੱਗ ਓਵਰਡੋਜ਼ ਜੀ, ਇਹ ਤਿੰਨੇ ਇੰਟਰਲਿੰਕ ਨੇ। ਇਹਨਾਂ ਤੇ ਤੁਸੀਂ ਪਿਛਲੀ ਇਲੈਕਸ਼ਨ 'ਚ ਵਾਅਦਾ ਕੀਤਾ ਸੀ ਐਨਡੀਪੀ ਸਰਕਾਰ ਨੇ, ਉਹਦੇ ਤੇ ਜੋ ਕੰਮ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਜੀ। ਮਡਲਰ ਹੋਮ ਜਿੰਨੇ ਬਣਾਣੇ ਸੀ, ਜੋ ਵਾਅਦੇ ਕੀਤੇ ਸੀ ਉਹਨੇ ਨਹੀਂ ਬਣੇ। ਅਫੋਰਡੇਬਲ ਹਾਊਸਿੰਗ ਦਾ ਵਾਅਦਾ ਕੀਤਾ ਸੀ, ਉਹਦੇ ਤੇ ਕੋਈ ਕੰਮ ਨਹੀਂ ਹੋਇਆ ਜੀ। ਕਿਉਂਕਿ ਇਹ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਤਾਂ ਫੈਡਰਲ ਸਰਕਾਰ ਨੂੰ ਕਾਨੂੰਨ ਸਖਤ ਕਰਨੇ ਪੈਣੇ ਆ। ਉਹ ਮੈਡੀਕਲ ਐਮਰਜੈਂਸੀ ਨਹੀਂ ਡਿਕਲੇਅਰ ਕਰਨ ਲਈ ਤਿਆਰ, ਪਿਲ ਮੇਕਿੰਗ ਮਸ਼ੀਨ ਬੈਨ ਕਰਨ ਨੂੰ ਤਿਆਰ ਨਹੀਂ, ਕਦੀ ਪ੍ਰੋਵਿੰਸ ਕਰੇ ਜੀ। ਸੇਫ ਇੰਜੈਕਟਿੰਗ ਸਾਈਟ ਦੇਤੀ, ਸਾਡੀ ਜ਼ਿੰਮੇਵਾਰੀ ਖਤਮ, ਕਾਨੂੰਨ ਅਸੀਂ ਨਹੀਂ ਬਦਲਣਾ। ਟੋਰਾਂਟੋ ਸਟਾਰ ਨੇ ਅੱਜ ਖਬਰ ਦਿੱਤੀ ਆ ਜੀ ਕਿ ਸਰਬ ਦੀ ਜਿਹੜੀ ਮਨੀ ਆ ਰਹੀ ਹੈ, ਉਹਨਾਂ ਗੰਨਾਂ ਖਰੀਦੀਆਂ ਜਾ ਰਹੀਆਂ ਨੇ, ਡਰੱਗ ਖਰੀਦੀ ਜਾ ਰਹੀ ਹੈ। ਆਪਣੇ BC ਦੇ ਅੰਦਰ 5 ਓਵਰਡੋਜ਼ ਵਿਅਕਤੀ ਬੇਹੋਸ਼ ਮਿਲੇ, ਜਿਨ੍ਹਾਂ ਨੂੰ ਚੱਕਿਆ ਗਿਆ ਤੇ ਪਤਾ ਲੱਗਾ ਕਿ ਸਰਬ ਦੇ ਪੈਸੇ ਨਾਲ ਡਰੱਗ ਖਰੀਦੀ। 61% ਦੇ ਕਰੀਬ ਪਿਛਲੇ ਮਹੀਨੇ ਦੇ ਮੁਤਾਬਕ ਓਵਰਡੋਜ਼ ਡੈਥ ਮੰਥਲੀ ਜਿਹੜੀ ਇਨਕਰੀਜ਼ ਹੋ ਗਈ ਆ, ਮਤਲਬ 61% ਕੈਨੇਡਾ ਵਾਈਡ ਜੀ। ਔਰ ਸਾਡੇ ਇੱਥੇ ਆਲਮੋਸਟ ਡਬਲ ਹੋ ਗਈ ਆ, ਜਿਹੜਾ ਕਿ 5 ਤੋਂ 6 ਵਿਅਕਤੀ ਵੀਕਲੀ ਡੈਥ ਹੋ ਰਹੀ ਸੀ, ਉਹ ਹੁਣ 10 ਤੋਂ 11 ਹੋ ਗਏ ਨੇ। ਔਰ ਜਦੋਂ ਇੰਨੇ ਵੱਡੇ ਲੈਵਲ ਤੇ ਡੈਥ ਹੋ ਰਹੀ ਹੈ, ਨਾ ਫੈਡਰਲ ਲੈਵਲ ਨੂੰ ਕੋਈ ਚਿੰਤਾ ਹੈਗੀ ਆ, ਨਾ ਪ੍ਰੋਵਿੰਸ਼ੀਅਲ ਲੈਵਲ ਨੂੰ ਹੈਗੀ ਆ। ਇੱਕ ਮਿਨਿਸਟਰ ਬਣਾ ਦਿੱਤੀ ਗਈ ਸੀ ਜਿਹੜੀ ਕਿ ਹੁਣ ਇਲੈਕਸ਼ਨ ਵੀ ਨਹੀਂ ਲੜ ਰਹੀ, ਜਿਹਨੇ ਮਤਲਬ ਕਿ ਕੋਈ ਰਿਜ਼ਲਟ ਓਰੀਐਂਟਡ ਕੰਮ ਨਹੀਂ ਕੀਤਾ ਜਿਹੜੀ ਸਰਕਾਰ ਮੌਜੂਦਾ ਹੈਗੀ ਇਹਦੇ। ਸੇਖੋ ਸਾਹਿਬ, ਇਹ ਦੱਸੋ ਜੀ, ਇਹ ਇਸ਼ੂ ਤੇ ਫਿਰ ਰਾਜਨੀਤਿਕ ਬੋਲਦੇ ਕਿਉਂ ਨਹੀਂ? ਰਾਜਨੀਤਿਕ ਚੁੱਪ ਕਿਉਂ ਹੋ ਜਾਂਦੇ ਨੇ? ਤੇ ਰਾਜਨੀਤੀ ਦੇ ਵਿੱਚ, ਇਲੈਕਸ਼ਨਾਂ ਦੇ ਵਿੱਚ ਇਹ ਮੁੱਦਾ ਕਿਉਂ ਨਹੀਂ ਬਣਦਾ? ਦੇਖੋ ਜੀ, ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ। ਘਰਾਂ ਦੇ ਵਿੱਚ ਜਦੋਂ ਆਪਣਾ ਜਵਾਨ ਪੁੱਤਰ ਮਰ ਜਾਂਦਾ ਹੈ, ਅਸੀਂ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੱਗ ਜ਼ਹਿਰ ਨਹੀਂ ਕਰਦੇ, ਉਹਦੇ ਬਾਰੇ ਡਿਸਕਸ ਨਹੀਂ ਕਰਦੇ। ਔਰ ਬਹੁਤ ਸਾਰੇ ਜਿਹੜੇ ਇੱਕ ਚੀਜ਼ ਧਾਰਨਾ ਹੈਗੀ ਕਿ ਮਰਨ ਵਾਲੇ ਓਵਰਡੋਜ਼ ਦੇ ਵਿੱਚ ਸਟਰੀਟ ਤੇ ਰਹਿਣ ਵਾਲੇ ਵਿਅਕਤੀ ਹੋਣਗੇ, ਹੋਮਲੈਸ ਹੋਣਗੇ। ਨਹੀਂ, ਇਹ ਚੀਜ਼ ਕਨਫਰਮ ਹੈ ਕਿ 90% ਤੋਂ ਉੱਪਰ ਲੋਕ ਘਰਾਂ ਦੇ ਅੰਦਰ ਮਰਦੇ ਨੇ, ਔਰ ਉਹ ਲੋਕ ਮਰਦੇ ਨੇ ਜਿਹੜੇ ਹਾਰਡ ਵਰਕਿੰਗ ਨੇ, ਔਰ ਜ਼ਿਆਦਾਤਰ ਯੂਥ ਮਰਦਾ ਹੈ। ਸੇਖੋ ਸਾਹਿਬ, ਇਹ ਫਿਰ ਜਿਹੜੀ ਸਪਲਾਈ ਆਉਂਦੀ ਹੈ ਬਿਗ ਸਰਕਲ ਬॉयਜ਼ ਤੇ ਇਹਦੇ ਤੇ ਆਪਾਂ ਸੈਂਕੜੇ ਸ਼ੋਅ ਕੀਤੇ ਨੇ ਵੀ ਕਿਵੇਂ ਇਲੀਗਲ ਮਨੀ, ਡੇਵਿਡ ਈਬੀ ਨੇ ਇਹਦੇ ਤੇ ਕੰਮ ਸ਼ੁਰੂ ਕੀਤਾ, ਐਟਲੀਸਟ ਕੁਝ ਸ਼ੁਰੂ ਹੋਇਆ, ਤੇ ਉਹਨਾਂ ਨੇ ਦੱਸਿਆ ਵੀ ਕਿਵੇਂ ਬੰਦੇ ਇੱਥੇ ਰਹਿ ਰਹੇ ਨੇ, ਕਿਵੇਂ ਮਨੀ ਘੁੰਮ ਕੇ ਆ ਰਹੀ ਹੈ। ਸਿਲਵਰ ਇੰਟਰਨੈਸ਼ਨਲ ਦੇ $2 ਮਿਲੀਅਨ ਦਾ ਕੇਸ ਜਾਣ ਲੱਗਿਆ ਸੀ, ਚਾਰਜਸ ਸਟੇ ਹੋ ਗਏ।
ਇਹ ਜਿਹੜੀ ਸਪਲਾਈ ਆ ਫਿਰ ਇਹ ਕਿੱਥੋਂ ਆਉਂਦੀ ਆ ਜੀ, ਤੇ ਇਹ ਤਾਂ ਕਿੰਨੀ ਮਾਤਰਾ 'ਚ ਆਉਂਦੀ ਹੈ, ਕਿੱਥੇ ਉਤਰਦੀ ਹੈ? ਫਿਰ ਦੇਖੋ ਸਪਲਾਈ ਜਿਹੜੀ ਹੈਗੀ 92 ਦੇ ਵਿੱਚ ਜਿਹੜੀ ਉਸ ਟਾਈਮ ਮੌਜੂਦਾ ਸਰਕਾਰ ਸੀਗੀ, ਜਿਹਨੂੰ ਮਤਲਬ ਕਿ ਆਪਣਾ ਆਈਸਿੰਗ ਕੁਈਨ ਕਹਿੰਦੇ ਨੇ ਜੀ। ਹਾਂਗਕਾਂਗ ਦੇ ਵਿੱਚ ਜਦੋਂ ਚਾਈਨਾ ਟੇਕ ਓਵਰ ਕਰ ਰਿਹਾ ਸੀਗਾ, ਉਹਨਾਂ ਨੂੰ ਸੀ ਸਾਡੀਆਂ ਪ੍ਰਾਪਰਟੀਆਂ ਜ਼ਬਤ ਹੋ ਜਾਣਗੀਆਂ, ਸਾਡਾ ਮਤਲਬ ਕਿ ਪੈਸਾ ਸਾਰਾ ਜ਼ਬਤ ਹੋ ਜਾਏਗਾ, ਜਿਹੜਾ ਅਨਲੀਗਲ ਡਰੱਗ ਮਨੀ ਤੇ ਮਾਫੀਆ ਦੇ ਥਰੂ ਬਣਾਇਆ ਹੋਇਆ ਹੈਗਾ, ਉਹਨਾਂ ਨੂੰ ਇਹਨਾਂ ਨੇ ਸਕੈਚਵਨ 'ਚ ਲਿਆ ਕੇ ਹਾਂਗਕਾਂਗ ਪੁਲਿਸ ਚੀਫ ਦੇ ਰੋਕਣ ਤੋਂ ਬਾਵਜੂਦ ਲਿਆ ਕੇ ਵਸਾਇਆ। ਔਰ ਉੱਥੋਂ ਸਾਰਾ ਕੁਝ ਸਟਾਰਟ ਹੁੰਦਾ ਹੈਗਾ। ਬਿਗ ਸਰਕਲ ਬੁਆਏ ਤੇ ਹਰ ਚੀਜ਼ਾਂ ਦਾ ਜਿਹੜਾ ਦਰਮਦਾਰ ਹੈ, ਕਿਉਂਕਿ ਬਿਗ ਮਨੀ ਇਨਵੋਲਵ ਹੈਗੀ ਆ। ਕੈਨੇਡਾ ਨੂੰ ਬਿਲੀਅਨ ਆਫ ਡਾਲਰ ਚਾਹੀਦੇ ਸੀ ਆਪਣੀ ਇਕੋਨਮੀ ਨੂੰ ਬੂਸਟ ਅਪ ਕਰਨ ਦੇ ਲਈ, ਆਪਣੇ ਇਨਫਰਾਸਟ੍ਰਕਚਰ ਨੂੰ ਖੜਾ ਕਰਨ ਦੇ ਲਈ, ਵੱਡੀਆਂ ਵੱਡੀਆਂ ਹਾਈ ਰਾਈਜ਼ ਇਮਾਰਤਾਂ ਤੇ ਵੱਡੇ ਵੱਡੇ ਡਾਊਨਟਾਊਨ ਜਿਹਦੇ ਵਿੱਚ ਵੱਡੇ ਵੱਡੇ ਡਿਵੈਲਪਰ ਬਿਲਡਰਾਂ ਦਾ ਬੈਨੀਫਿਟ ਹੋ ਸਕੇ। ਇੰਟੈਂਸ਼ਨਲੀ ਇਹਨਾਂ ਨੂੰ ਲਿਆਂਦਾ ਗਿਆ। ਔਰ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਟਰੀਬਿਊਸ਼ਨ ਕੀਤਾ ਇਨਵੈਸਟਮੈਂਟ ਪ੍ਰੋਗਰਾਮ, ਪ੍ਰਿੰਸ ਐਡਵਰਡ ਅਟਲਾਂਟਾ ਇਨਵੈਸਟਮੈਂਟ ਪ੍ਰੋਗਰਾਮ। ਇਹਨਾਂ ਨੇ ਇਹਨਾਂ ਕ੍ਰਿਮੀਨਲਸ ਨੂੰ ਇੱਥੇ ਆ ਕੇ ਮਨੀ ਲਿਆ ਕੇ ਲਾਂਡਰ ਕਰਨ ਦਾ ਮੌਕਾ ਦਿੱਤਾ, ਪਰਿਵਾਰ ਸਣੇ ਇਮੀਗ੍ਰੇਸ਼ਨ ਲੈਣ ਦਾ ਮੌਕਾ ਦਿੱਤਾ, ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਮੌਕਾ ਦਿੱਤਾ, ਜਿਹਦੇ ਨਾਲ ਇਹ ਲੋਕ ਇੱਥੇ ਤੁਸੀਂ ਦੇਖੋ ਕਿ ਚਿਲਾਵਿਕ ਵਰਗੇ ਦੇ ਵਿੱਚ ਏਕੜਾਂ ਦੇ ਵਿੱਚ ਫਾਰਮ ਹਾਊਸ, ਥੱਲੇ ਅੰਡਰਗਰਾਊਂਡ ਬੰਕਰ ਬਣੇ ਹੋਏ ਨੇ, ਸ਼ੂਟਿੰਗ ਰੇਂਜਾਂ ਅੰਦਰ ਨੇ, ਇਹ ਜੇ ਕਿੰਨੇ ਮੈਗਾ ਹਾਊਸ ਬਣੇ ਨੇ ਜੀ। ਸੈਮ ਆਪਣੇ ਸੇਖੋਂ ਸਾਹਿਬ, ਸੈਮ ਹੋਣੀ ਨੇ ਇੱਕ ਕੋਈ ਗੱਲਬਾਤ ਉਹ ਕਰਨੀ ਚਾਹੁੰਦੇ, ਉਹਨਾਂ ਦਾ ਵੀ ਸਵਾਲ ਲਈਏ। ਸੈਮ ਜੀ ਤੁਸੀਂ ਏਅਰ ਤੇ ਹੋ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ ਸੇਖੋਂ ਸਾਹਿਬ, ਕਈ ਚੀਜ਼ਾਂ ਜਿਹੜੀਆਂ ਆ ਅਸੀਂ ਛੋਟੇ ਪੱਧਰ ਤੇ ਕਰ ਸਕਦੇ, ਫਿਕਸ ਕਰ ਸਕਦੇ, ਕਈ ਚੀਜ਼ਾਂ ਵਰਲਡ ਲੈਵਲ ਦੀਆਂ ਫਿਕਸ ਹੋਣ ਵਾਲੀਆਂ। ਹੁਣ ਡਰੱਗ ਤੇ ਤੁਸੀਂ ਬੋਲਦੇ ਤਾਂ ਬਹੁਤ ਆ, ਪਰ ਸਾਰੇ ਵਰਲਡ ਦੇ ਵਿੱਚ ਇਹ ਕੰਟਰੋਲ ਨਹੀਂ ਹੋ ਰਹੇ। ਪੰਜਾਬ ਦੇ ਵਿੱਚ ਇਹ ਫੀਮ ਬੰਦ ਕਰਦੀ ਆ, ਤੇ ਮੱਧ ਪ੍ਰਦੇਸ਼ 'ਚ ਖੇਤੀ ਹੋ ਰਹੀ ਆ, ਤੇ ਉਧਰੋਂ ਤੁਸੀਂ ਸਟਾਪ ਕਰ ਰਹੇ ਆ। ਫੀਮ ਦਾ ਤਾਂ ਫੁੱਲ ਹੀ ਵੱਧ ਰਿਹਾ, ਸਪਲਾਈ ਤਾਂ ਜਾਰੀ ਆ, ਲੋਕ ਤਾਂ ਖਾ ਰਹੇ ਸਮਾਂ। ਕੋਕੀਨ 10 ਰੁਪਏ ਨੂੰ ਕਿਲੋ ਮਿਲੇ ਜੇ ਇਹਨੂੰ ਬੰਦ ਨਾ ਕਰਨ, ਤੇ ਪਰ ਉਹ ਹੁਣ ਵਿੱਚ ਸਮਾਂ ਸਰਕਾਰਾਂ ਨੇ ਟਾਈਟ ਕਰਕੇ ਇਹਦੀ ਪ੍ਰਾਈਸ ਹੀ ਵਧਾਈ ਆ, ਹੋਰ ਕੀ ਕੀਤਾ। ਨਾਲੇ ਵਰਲਡ ਇਸ਼ੂ ਆ, ਆਈ ਡੋਂਟ ਥਿੰਕ ਸੋ ਇਹਨੂੰ ਕੰਟਰੋਲ ਕਰ ਸਕਦੇ। ਹੁਣ ਲਾਂਡਰ ਤੇ ਵੀ ਆ ਜਾਵੇ, ਜਿਹੜੀ ਮਨੀ ਲਾਂਡਰਿੰਗ ਦੀ ਗੱਲ ਕੀਤੀ, ਇਹ ਤੇ ਜ਼ਰੂਰ ਟੈਗ ਕਰਕੇ ਜਾਇਓ ਕਿੰਤੂ ਵੀ ਮੇਰੇ ਤੋਂ 10 ਲੱਖ ਰੁਪਈਆ ਪਿਆ ਇੰਡੀਆ, ਮੈਂ ਕਿਸੇ ਤਰ੍ਹਾਂ ਵੀ ਕਮਾਇਆ, ਮੈਂ ਇੱਥੇ ਲਿਆ ਕੇ ਉਹ ਸ਼ੋਅ ਕਰਦਾ ਕਿਸੇ ਗਵਰਨਮੈਂਟ ਦੇ ਟੈਕਸ ਦੇਣਾ, ਉਹ ਕੀ ਉਹ ਵੀ ਮਨੀ ਲਾਂਡਰਿੰਗ 'ਚ ਸ਼ਾਮਲ ਆ, ਚਾਹੇ ਉਹ ਇਲੀਗਲ ਬਣਾਇਆ ਆ ਚਾਹੇ ਉਹ ਲੀਗਲ ਬਣਾਇਆ, ਤੇ ਉਹ ਦੇਸ਼ ਲਈ ਬੈਨੀਫਿਟ ਆ ਕਿ ਦੇਸ਼ ਲਈ ਉਹਦੇ ਹਾਨੀ ਆ ਤੇ ਕੇਸ ਹੁੰਦਾ। ਥੈਂਕ ਯੂ ਜੀ। ਸੈਮ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜੇ ਇਲੀਗਲ ਮਨੀ ਪੰਜਾਬ 'ਚ ਚਾਹੇ ਰੱਖੀ ਹੋਈ ਹੈ ਪਰ ਉਹਦਾ ਟੈਕਸ ਦੇ ਦਿੰਦੇ ਆ, ਕੀ ਉਹ ਲੀਗਲ ਹੋ ਸਕੇਗੀ ਸੇਖੋਂ ਸਾਹਿਬ? ਦੇਖੋ ਦੋ ਚੀਜ਼ਾਂ ਨੇ। ਸੈਮਰੀ ਨੇ ਬਹੁਤ ਵਧੀਆ ਇੱਕ ਗੱਲ ਕੀਤੀ ਕਿ ਵਰਲਡ ਵਾਈਡ ਪ੍ਰੋਬਲਮ ਹੈ, ਵਰਲਡ ਵਾਈਡ ਪ੍ਰੋਬਲਮ ਹੈਗੀ ਆ, ਬਟ ਕ੍ਰੀਏਟ ਕਿੰਨੀ ਕੀਤੀ ਹੈ। ਜੇ ਤੁਸੀਂ ਪਿੱਛੇ ਝਾਤ ਮਾਰਦੇ ਹੋ 1968 ਦੇ ਵਿੱਚ ਡਰੱਗ ਕੰਪਨੀਆਂ ਨੇ ਇੱਕ ਮੂਵਮੈਂਟ ਚਲਾ ਕੇ ਜਿੰਨੀਆਂ ਵੀ ਨੈਚੁਰਲ ਓਪੀਆਈਡ ਸੀਗੇ ਉਹ ਸਾਰੇ ਬੈਨ ਕਰਵਾਤੇ, ਚਾਹੇ ਉਹਦੇ 'ਚ ਅਫੀਮ ਸੀਗੀ, ਚਾਹੇ ਡੋਡੇ ਸੀਗੇ, ਚਾਹੇ ਮੈਰਵਾਨਾ ਸੀਗਾ, ਸਾਰਾ ਕੁਝ ਇਹਨਾਂ ਨੇ ਬੈਨ ਕਰਾਤਾ ਤਾਂ ਜੋ ਇਹਦੇ 'ਚ ਮਨੀ ਬਣਾਈ ਜਾ ਸਕੇ। ਤੇ ਉਹ ਬਹੁਤ ਵੱਡੀ ਲੌਬੀ ਨੇ ਕੰਮ ਕੀਤਾ, ਜਿਹਦੇ 'ਚ ਪੋਲੀਟੀਕਲ ਲੌਬੀ ਨੇ ਵੀ ਕੰਮ ਕੀਤਾ। ਹੁਣ ਉਹ ਨੈਕਸਸ ਨੂੰ ਤੋੜਨ ਦੀ ਜ਼ਰੂਰਤ ਹੈ। ਇਸੇ ਲਈ ਮੈਂ ਹਮੇਸ਼ਾ ਕਹਿੰਦਾ ਕਿ ਜੇ ਡਰੱਗ ਪ੍ਰੋਬਲਮ ਸੋਲਵ ਕਰਨਾ ਤੇ ਲੀਗਲਾਈਜ਼ ਕਰੋ। ਇੱਕ ਮਿੰਟ ਸੇਖੋਂ ਸਾਹਿਬ, ਇੱਕ ਵਪਾਰਕ ਸੰਦੇਸ਼ ਲੈ ਲਈਏ, ਵਾਪਸ ਆ ਕੇ ਗੱਲਬਾਤ ਕਰਦੇ ਹਾਂ ਤੇ ਇਸ ਨੂੰ ਰੈਪ ਅਪ ਕਰਾਂਗੇ। ਓਟਵਾ ਦੇ ਵਿੱਚ ਜਿਹੜੀ ਨਾਨ ਕੌਨਫੀਡੈਂਸ ਵੋਟ ਦੀ ਵੀ ਗੱਲ ਚੱਲ ਰਹੀ ਹੈ, ਉਹਦੇ 'ਚ ਵੀ ਅਖੀਰ ਦੇ 5 ਮਿੰਟ ਸੇਖੋਂ ਸਾਹਿਬ ਤੇ ਮੈਂ ਲਵਾਂਗਾ। ਵਾਪਸ ਆਉਣਾ। ਸੇਖੋਂ ਸਾਹਿਬ ਮੇਰੇ ਨਾਲ ਨੇ ਸਰਦਾਰ ਪ੍ਰਿਤਪਾਲ ਸਿੰਘ ਸੇਖੋਂ ਜੀ। ਗੱਲਬਾਤ ਚੱਲ ਰਹੀ ਹੈ ਡਰੱਗ ਓਵਰਡੋਜ਼, ਮਨੀ ਲਾਂਡਰਿੰਗ ਦਾ ਇੱਕ ਵੱਡਾ ਇਸ਼ੂ। ਵੇਖੋ ਇਸ ਚੀਜ਼ ਦੇ ਵਿੱਚ ਜਿਹੜੀ ਸੈਮ ਉਹਨਾਂ ਨੇ ਗੱਲ ਕੀਤੀ, ਉਹ ਅਕਸਰ ਇਹ ਗੱਲ ਕਰਦੇ ਨੇ ਵੀ ਆਰਥਿਕਤਾ ਦੇ ਵਿੱਚ ਪੈਸੇ ਆ ਰਹੇ ਨੇ, ਜਿੱਥੋਂ ਵੀ ਆ ਰਹੇ ਨੇ ਆਰਥਿਕਤਾ ਸਾਡੀ ਹਲਾਰਾ ਦਿੰਦੀ ਆ। ਇਲੀਗਲ ਮਨੀ, ਇਲੀਗਲ ਗੈਂਬਲਿੰਗ ਦੇ ਵਿੱਚ ਲੋਕਾਂ ਨੇ ਪੈਸੇ ਲਿਆਂਦੇ, ਇੱਥੇ ਦੀ ਆਰਥਿਕਤਾ ਦੇ ਸਾਹ ਆਇਆ, ਘਰ ਮਹਿੰਗੇ ਹੋ ਗਏ। ਪਰ ਇਹਦੇ ਨਾਲ ਇਹ ਹੈ ਕਿ ਫਿਰ ਜੇ ਦੇਖਿਆ ਜਾਵੇ ਹੁਣ ਜਿਹੜਾ ਐਮਨੈਸਟੀ ਦਿੱਤੀ ਲਿਬਰਲ ਸਰਕਾਰ ਨੇ ਮੈਕਸੀਕੋ ਨੂੰ ਵਿਜ਼ਿਟ ਵੀਜ਼ੇ ਤੇ 100 ਦੇ ਕਰੀਬ ਕ੍ਰਿਮੀਨਲ ਜਿਹੜੇ ਗੈਂਗਸਟਰ ਨੇ ਗਲਤ ਪਾਸਪੋਰਟਾਂ ਦੇ ਨਾਲ ਆ ਕੇ ਵੜ ਗਏ ਤੇ CBSA ਨੂੰ ਲੱਭ ਨਹੀਂ ਰਹੇ। ਗੱਲ ਇਹ ਹੈ ਕਿ ਇਹਨਾਂ ਤਰੱਕੀਆਂ ਦੀ ਕੀਮਤ ਕੀ ਹੈ?
ਇਸ ਤੇ ਮੈਂ ਗੱਲਬਾਤ ਕਰ ਰਿਹਾ। ਸੇਖੋਂ ਸਾਹਿਬ, ਜੇ ਪਹਿਲੇ ਵਿਸ਼ੇ ਨੂੰ ਤੁਸੀਂ ਕਨਕਲੂਡ ਕਰਨਾ ਹੋਵੇ, ਕਿਉਂਕਿ ਮੈਂ ਦੂਜੇ ਓਟਵਾ 'ਚ ਕੀ ਹੋ ਰਿਹਾ ਉਹਦੇ ਲਈ ਵੀ 2-3 ਮਿੰਟ ਤੁਹਾਡੇ ਚਾਹੀਦੇ ਨੇ, ਤਾਂ ਪਹਿਲੇ ਵਿਸ਼ੇ ਨੂੰ ਜੇ ਕਨਕਲੂਡ ਕਰਨਾ ਹੋਵੇ ਤਾਂ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ, ਕੀ ਰਾਜਨੀਤਿਕਾਂ ਨੂੰ ਸੋਚਣਾ ਚਾਹੀਦਾ, ਕੀ ਵੋਟਰਾਂ ਨੂੰ ਸੋਚਣਾ ਚਾਹੀਦਾ? ਦੇਖੋ, ਇਹਦੇ ਵਿੱਚ ਜ਼ਿੰਮੇਵਾਰੀ ਰਾਜਨੀਤਿਕਾਂ ਦੀ ਬਣਦੀ ਹੈ ਹਰਜੀਤ ਜੀ। ਉਹਨਾਂ ਨੂੰ ਕੰਮ ਕਰਨਾ ਚਾਹੀਦਾ ਕਿ ਆਮ ਵਿਅਕਤੀ ਦੀ ਜ਼ਿੰਦਗੀ ਦੁਆਰ ਨਾ ਹੋ ਸਕੇ, ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਰਵੇ, ਤਰੱਕੀਆਂ ਕਰਨ। ਮਨੀ ਲਾਂਡਰਿੰਗ ਦਾ ਜਿਹੜਾ ਸਵਾਲ ਕੀਤਾ ਹੈਗਾ, ਮੈਂ ਉਹਨਾਂ ਸੈਮਵੀਰ ਨੂੰ ਮੈਂ ਦੱਸਣਾ ਚਾਹੁੰਦਾ ਕਿ ਮਨੀ ਲਾਂਡਰਿੰਗ ਹਾਰਡ ਵਰਕਿੰਗ ਵਰਕਰ ਦੀ ਜ਼ਿੰਦਗੀ ਨੂੰ ਦੁਹਾਰ ਕਰਦੀ ਹੈ। ਤੁਸੀਂ ਦੇਖਦੇ ਹੋ ਕਿ ਜਿਹੜਾ ਘਰ ਤੇ 5-6 ਲੱਖ ਦਾ ਮਿਲ ਜਾਂਦਾ ਸੀ, ਹੁਣ 1.2-1.3 ਮਿਲੀਅਨ ਦਾ ਨਹੀਂ ਮਿਲਦਾ। ਉਹ ਕਿੱਥੋਂ ਅਫੋਰਡ ਕਰੇਗਾ? ਲੋਕਲ ਵੇਜਿਸ ਦੇ ਨਾਲ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਅਫੋਰਡ ਨਹੀਂ ਕਰ ਸਕਦੇ ਤਾਂ ਤੁਹਾਡੀ ਜ਼ਿੰਦਗੀ ਦੁਰਭਰ ਹੁੰਦੀ ਜਾ ਰਹੀ ਹੈ ਔਰ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ, ਤਾਂ ਸਮਝੋ ਕਿ ਇਹ ਸਿਸਟਮ ਫੇਲ ਹੋ ਰਿਹਾ ਹੈਗਾ। ਜਦੋਂ ਸਿਸਟਮ ਫੇਲ ਹੋ ਰਿਹਾ, ਉਹਨੂੰ ਮੈਨੇਜ ਕਰਨ ਦਾ ਕੰਮ ਸਰਕਾਰਾਂ ਦਾ, ਅਸੀਂ ਉਹਨੂੰ ਐਜ਼ ਏ ਮੈਨੇਜਰ ਅਪਾਇੰਟ ਕੀਤਾ ਹੋਇਆ ਹੈਗਾ। ਦੂਜਾ ਸਵਾਲ ਉਹਨੇ ਕੀਤਾ ਸੀ, ਇੰਡੀਆ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਪੈਸਾ ਕਮਾਇਆ, ਇਸ ਮੁਲਕ ਦੇ ਵਿੱਚ ਕਿਉਂ ਆਵੇ? UNO ਦੇ ਵਿੱਚ ਨੰਬਰ 1 ਕੈਨੇਡਾ ਡੈਸਟੀਨੇਸ਼ਨ ਮੰਨਿਆ ਜਾਂਦਾ ਹੈ ਮਨੀ ਲਾਂਡਰਿੰਗ ਦੇ ਲਈ। ਮਨੀ ਲਾਂਡਰਿੰਗ ਜਿਹੜੀ ਵੱਡੇ ਲੈਵਲ ਤੇ ਹੁੰਦੀ ਹੈ, ਜਿੱਥੇ ਮਤਲਬ ਕਿ 10 ਤੋਂ 20 ਬਿਲੀਅਨ ਡਾਲਰ BC ਦੇ ਅੰਦਰ ਆ ਕੇ ਜਦੋਂ ਲੱਗਦਾ ਹਾਊਸਿੰਗ ਦੇ ਵਿੱਚ, 2018 ਦੇ ਅੰਕੜੇ ਦੱਸਦੇ ਨੇ ਕਿ ਇੱਥੇ 10 ਬਿਲੀਅਨ ਦੇ ਕਰੀਬ ਮਨੀ ਲਾਂਡਰ ਹੋਇਆ, ਜਿਨ੍ਹਾਂ ਦੇ ਵਿੱਚੋਂ 5.2 ਬਿਲੀਅਨ ਦੇ ਕਰੀਬ ਹਾਊਸਿੰਗ ਜਾ ਕੇ ਲੱਗਾ। ਜਦੋਂ ਹਾਊਸਿੰਗ ਅਨਅਫੋਰਡੇਬਿਲਟੀ, ਰੈਂਟ ਡਬਲ ਹੋ ਜਾਂਦੇ ਨੇ, ਲੋਕਾਂ ਦਾ ਜੀਣਾ ਦੁਹਾਰ ਹੋ ਜਾਂਦਾ ਹੈ, ਵੇਜਿਸ ਉੱਥੇ ਦੇ ਉੱਥੇ ਹੁੰਦੀਆਂ ਨੇ। ਜਦੋਂ ਤੁਹਾਡੀ ਲਿਵਿੰਗ ਕਾਸਟ ਵਰਸਸ ਤੁਹਾਡੀ ਵੇਜਿਸ ਮੈਚ ਨਹੀਂ ਕਰਦੀਆਂ ਤਾਂ ਸਮਝੋ ਉਦੋਂ ਤੁਹਾਡੀ ਜ਼ਿੰਦਗੀ ਡਿਸਟਰਬ ਹੋ ਗਈ ਹੈ। ਜੇ ਡਿਸਟਰਬ ਹੋ ਰਹੀ ਹੈ ਕਿਸੇ ਚੀਜ਼ ਦੇ ਨਾਲ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਵਰਕ ਪਰਮਿਟ ਵੇਚ ਕੇ ਮਨੀ ਲਾਂਡਰ ਹੋ ਰਿਹਾ। ਦੇਖੋ 3.5 ਲੱਖ ਵਰਕ ਪਰਮਿਟ ਵਿਕਿਆ, ਜਿਹੜਾ 12 ਬਿਲੀਅਨ ਡਾਲਰ ਮਿਲਦਾ ਕੈਨੇਡਾ ਦੇ ਵਿੱਚ ਮਨੀ ਲਾਂਡਰ ਹੋਇਆ, ਹਵਾਲੇ ਦੇ ਥਰੂ ਆਇਆ। ਤੇ ਇਹ ਦੇਖੋ ਜਿਹੜਾ ਪੈਸਾ ਚੰਦ ਲੋਕਾਂ ਦੇ ਕੋਲ ਗਿਆ, ਔਰ ਜਿਹੜੇ ਚੰਦ ਲੋਕਾਂ ਦੇ ਕੋਲ ਗਿਆ ਉਹ ਪੈਸਾ ਉਹਨਾਂ ਨੇ ਕਿਵੇਂ ਉਹਨੂੰ ਵਰਤਣਾ। ਫਿਰ ਤੁਸੀਂ ਦੇਖੋ ਕਿ ਡਰੱਗ ਮਨੀ ਜਿਹੜੀ ਹੈਗੀ ਆ ਉਹ ਬੜੀ ਵੱਡੇ ਲੈਵਲ ਤੇ ਡਿਸਟਰਬ ਕਰਦੀ ਹੈ। 40% ਸ਼ੂਟਿੰਗ ਇਨਕਰੀਜ਼ ਹੋਈ ਹੈ ਟੋਰਾਂਟੋ ਦੇ ਅੰਦਰ, ਬੱਚੇ ਮਰ ਰਹੇ ਨੇ, ਕੱਲੇ ਸਰੀ ਦੀ ਪ੍ਰੋਬਲਮ ਨਹੀਂ ਹੈਗੀ। ਸੇਖੋਂ ਸਾਹਿਬ, ਇੱਕ ਵੱਡੀ ਪ੍ਰੋਬਲਮ ਹੈਗੀ ਆ। ਸੇਖੋਂ ਸਾਹਿਬ, ਇੱਕ ਕਾਲਰ ਲੈ ਲਈਏ, ਹੋਲਡ ਕਰਿਓ। ਧਰਮਿੰਦਰ ਜੀ, ਤੁਸੀਂ 에ਅਰ ਤੇ ਹੋ? ਸਤਿ ਸ਼੍ਰੀ ਅਕਾਲ ਭਾਈ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਮੈਂ ਛੋਟਾ ਜਿਹਾ ਕਮੈਂਟ ਕਰਨਾ, ਜਿਹੜੇ ਬੰਦੇ ਕਹਿੰਦੇ ਨਾ ਵੀ ਮਨੀ ਲਾਂਡਰਿੰਗ ਵਧੀਆ ਆ ਇਕਨੋਮੀ ਲਈ, ਮੈਂ ਕਹਿੰਦਾ ਵੀ ਜਿਨ੍ਹਾਂ ਦੀ ਫਿਰ ਮਨੀ ਆ ਉਹਨਾਂ ਨੂੰ ਬੁਲਾ ਲਓ ਇੱਥੇ, ਵਿੱਚੇ ਵਿਜੇ ਮਾਲੀਆ, ਵਿੱਚੇ ਨੀਰਵ ਮੋਦੀ, ਜਿਹੜੇ ਹੋਰ ਨੇ ਇੱਥੇ ਬਹਿਣ ਆ ਕੇ ਡਾਊਨ ਟਾਊਨ ਚ ਦੇਖਣ ਆਪਣੀ ਸਾਡੀ ਮਨੀ ਵੱਧਦੀ ਫੁੱਲਦੀ। ਮਿਹਰਬਾਨੀ ਬਾਈ ਜੀ, ਥੈਂਕ ਯੂ। ਅੱਛਾ ਸੇਖੋਂ ਸਾਹਿਬ, ਜਿਹੜੀ ਗੱਲ ਤੁਸੀਂ ਸਰਵ ਦੀ ਦੱਸ ਚੁੱਕੇ ਸੀ ਆਪਾਂ ਬਈ ਕਿਸ ਤਰ੍ਹਾਂ ਇਹਦੇ ਨਾਲ ਕੀ ਕੁਛ ਵਧਿਆ, ਟੋਰਾਂਟੋ ਸਨ ਨੇ ਵੱਡਾ ਲਿਲੀ ਨੇ ਇੱਕ ਆਰਟੀਕਲ ਲਾਇਆ ਕਿ ਕਿਵੇਂ ਇਹ ਸਰਵ ਦੇ ਪੈਸਿਆਂ ਦੇ ਨਾਲ ਇਹ ਗੈਂਗਸਟਰ ਜਿਹੜੇ ਨੇ ਗਨਜ਼ ਲੈ ਰਹੇ ਨੇ। ਅੱਛਾ, 2 ਮਿੰਟ ਨੇ ਮੇਰੇ ਕੋਲ। ਕੌਨਫੀਡੈਂਸ ਨਾਨ ਕੌਨਫੀਡੈਂਸ ਦੀ ਗੱਲ ਅੱਜ ਚੱਲ ਰਹੀ ਹੈ ਓਟਵਾ ਦੇ ਵਿੱਚ। ਕਮੇਟੀ ਦਾ ਗਠਨ ਕਰਨ ਲਈ ਕੰਜ਼ਰਵੇਟਿਵ ਨੇ ਕਿਹਾ ਕਿ ਐਥਿਕਸ ਤੇ ਸਪੈਂਡਿੰਗ 20 ਚੈਰਿਟੀ ਤੇ ਸਾਡੀ ਕਮੇਟੀ ਚਾਹੀਦੀ ਆ। ਉਹਦੇ ਤੇ ਬਲਾਕ ਤੇ ਕੰਜ਼ਰਵੇਟਿਵ ਇਕੱਠੇ ਨੇ ਤੇ ਆਪਣੇ NDP ਦੇ ਲੀਡਰ ਇਸ ਤੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਜਦ ਆਪਾਂ ਹੁਣ ਗੱਲ ਕਰ ਰਹੇ ਹਾਂ, ਪ੍ਰੈਸ ਕਾਨਫਰੰਸ ਚੱਲ ਰਹੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸਨੈਪ ਇਲੈਕਸ਼ਨ ਹੋ ਜਾਏਗੀ? ਦੇਖੋ, ਸਨੈਪ ਇਲੈਕਸ਼ਨ ਮੈਂ ਅਜੀਤ ਜੀ ਤੁਹਾਡੇ ਦੂਜੇ ਸ਼ੋਅ 'ਚ ਵੀ ਦੱਸਿਆ ਕਿ ਨਵੰਬਰ ਤੋਂ ਲੈ ਕੇ ਫੈਬਰਵਰੀ ਜਾਂ ਮਾਰਚ ਤੱਕ ਸਨੈਪ ਇਲੈਕਸ਼ਨ ਆ ਜਾਏਗੀ। ਅੱਛਾ ਜੀ। ਇਸ ਕੌਨਫੀਡੈਂਸ ਦੇ ਉੱਪਰ 50-50 ਚਾਂਸ ਹੈ ਸਰਕਾਰ ਗਿਰਨ ਦਾ। ਲਿਬਰਲ ਪੂਰੀ ਤਰ੍ਹਾਂ ਤਤਪਰ ਹੈ ਕਿ ਸਰਕਾਰ ਕੋਈ ਗੇਰ ਦੇਵੇ ਸਾਡੀ। ਲਿਬਰਲ ਇਹੋ ਜਿਹੀਆਂ ਹਰਕਤਾਂ ਕਰ ਰਹੇ ਆ ਕਿ ਉਹ ਆਪਣੇ ਆਪ ਨੂੰ ਕਵਰ ਅਪ ਕਰਨ ਦੇ ਲਈ ਵੀ ਸਕੈਮ ਦੇ ਵਿੱਚ, ਪਲੱਸ ਜਿਹੜੇ ਇਸ ਵੇਲੇ ਹੁਣ ਕਰਪਸ਼ਨ ਦੇ ਅਗੇਂਸਟ ਇਹ ਕਮੇਟੀ ਬਣਾਉਣਾ ਚਾਹੁੰਦੇ ਆ। ਕਰਪਸ਼ਨ ਕਿਉਂਕਿ ਵੱਡੇ ਲੈਵਲ ਤੇ ਹੋਈ ਹੈ ਜਦੋਂ COVID-19 ਦੇ ਆਰਡਰ ਦਿੱਤੇ ਜਾ ਰਹੇ ਸੀਗੇ ਜੀ। ਤੁਸੀਂ ਦੇਖੋ ਕਿ ਵੈਂਟੀਲੇਟਰਾਂ ਦਾ ਆਰਡਰ ਦਿੱਤਾ ਗਿਆ, ex-MP ਨੂੰ $100 ਮਿਲੀਅਨ ਉਹਨੂੰ ਐਡਵਾਂਸ ਦੇ ਦਿੱਤੇ ਗਏ। ਇੱਦਾਂ ਕਿੰਨੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਬਿਲੀਅਨ ਆਫ ਡਾਲਰ ਐਡਵਾਂਸ ਦੇ ਦਿੱਤੇ ਗਏ ਔਰ ਉਹਨਾਂ ਨੇ $1 ਦਾ ਵੀ ਸਮਾਨ ਨਹੀਂ ਸਪਲਾਈ ਕੀਤਾ। ਈਵਨ ਕਿੰਨੀਆਂ ਮਾਸ ਕੰਪਨੀਆਂ ਨੇ ਜਿਨ੍ਹਾਂ ਨੇ ਪ੍ਰੋਮਿਸ ਕੀਤਾ ਸੀ ਅਸੀਂ ਕੈਨੇਡਾ ਦੇ ਵਿੱਚ ਪਲਾਂਟ ਲਾਵਾਂਗੇ, ਹੁਣ ਉਹ ਪਲਾਂਟ ਲਾਉਣ ਤੋਂ ਮੁੱਕਰ ਗਏ ਔਰ ਮਿਲੀਅਨ ਆਫ ਡਾਲਰ ਸਰਕਾਰ ਤੋਂ ਲੈ ਕੇ ਚਲੇ ਗਏ ਹੋ। ਮਤਲਬ ਇਹ ਜਿਹੜੇ ਹੈਗੇ ਨੇ ਤਕਰੀਬਨ $5 ਬਿਲੀਅਨ ਦੇ ਕਰੀਬ ਦੀ ਵੇਸਟੇਜ ਆਫ ਮਨੀ ਹੈਗੀ, ਜਿਹਨੂੰ ਅਸੀਂ ਕਰਪਸ਼ਨ ਕਹਿ ਸਕਦੇ ਹਾਂ।
ਲਿਬਰਲ ਦੇ ਵਿੱਚ ਜਿਹੜਾ ਕਰਪਸ਼ਨ ਇਸ ਵੇਲੇ ਭਾਰੂ ਹੈਗਾ, ਉਸ ਨੂੰ ਲੈ ਕੇ ਕਮੇਟੀ ਬਣਾਉਣ ਦੀ ਮੰਗ ਹੋਈ, ਕਾਨੂੰਨ ਬਣਾਉਣ ਦੀ ਮੰਗ ਹੋਈ ਔਰ ਉਹਦੇ ਤੇ VOTING ਹੋਣੀ ਹੈ। ਲਿਬਰਲ ਨੇ ਉਹ VOTING ਨੂੰ ਟਾਰਪੀਡੋ ਕਰਨ ਦੇ ਲਈ ਉਹਨੂੰ ਕੌਨਫੀਡੈਂਸ ਮੋਸ਼ਨ ਦੇ ਵਿੱਚ ਬਦਲਤਾ ਕਿ ਇਹ ਸਾਡੀ ਸਰਕਾਰ ਦੀ ਮਤਲਬ ਕਿ ਕੌਨਫੀਡੈਂਸ VOTING ਹੋਏਗੀ, ਜੇ ਸਾਡੇ ਖਿਲਾਫ ਜਾਂਦੀ ਹੈ ਤਾਂ ਅਸੀਂ ਸਰਕਾਰ ਸਾਡੀ ਗਿਰ ਜਾਏਗੀ। ਤੇ ਬਲੌਕ ਕਿਊਬਿਕਾ ਵੀ ਇਸ ਵੇਲੇ ਤਿਆਰ ਹੈ। ਹਾਂ, ਨਾਲ ਹੈ। ਅੱਛਾ, ਅਖੀਰ 'ਚ ਮੇਰੇ ਕੋਲ ਸਮਾਂ ਘੱਟ ਗਿਆ, ਇਹ 'ਚ 50-50 ਚਾਂਸ ਨੇ। ਫਿਰ ਤੁਸੀਂ ਜਿਹੜੀ ਇਲੈਕਸ਼ਨ ਕਹਿ ਰਹੇ ਹੋ ਮਾਰਚ ਤੱਕ ਹੋ ਜੂ, ਫਿਰ ਕਿਹੜੇ ਜਾ ਕੇ ਕਦ ਸਰਕਾਰ ਡਿੱਗ ਸਕਦੀ ਹੈ? ਸਰਕਾਰ ਦੇਖੋ ਅੱਜ ਵੀ ਗਿਰ ਸਕਦੀ ਹੈ ਔਰ ਸਰਕਾਰ ਮਾਰਚ ਅਪ੍ਰੈਲ 'ਚ ਵੀ ਗਿਰ ਸਕਦੀ, ਕਿਉਂਕਿ ਫਰਵਰੀ ਦੇ ਵਿੱਚ ਇਹਨਾਂ ਨੇ ਬਜਟ ਲੈ ਕੇ ਆਇਆ ਜੀ, ਤੇ ਉਦੋਂ ਇਹਨਾਂ ਦੇ ਬਚਨ ਦੇ ਆਸਾਰ ਘੱਟ ਲੱਗਦੇ ਆ, ਕਿਉਂਕਿ ਜਗਮੀਤ ਸਿੰਘ ਦੀਆਂ ਜਿਹੜੀਆਂ ਇੱਛਾਵਾਂ ਨੇ ਬਹੁਤ ਉੱਪਰ ਦੀਆਂ ਨੇ। ਉਹਦੇ ਵਿੱਚ ਬੇਸਿਕ ਇਨਕਮ ਪ੍ਰੋਗਰਾਮ ਪਰਮਾਨੈਂਟਲੀ ਚਾਹ ਰਹੇ ਨੇ, ਹੋਰ ਕਈ ਬੈਨੀਫਿਟ ਚਾਹ ਰਹੇ ਨੇ, ਜਿਹੜੀ ਸਰਕਾਰ ਇਸ ਵੇਲੇ ਅਫੋਰਡ ਨਹੀਂ ਕਰ ਸਕਦੀ, ਕਿਉਂਕਿ $1.25 ਟ੍ਰਿਲੀਅਨ ਦੇ ਕਰੀਬ ਤਾਂ ਆਲਰੇਡੀ ਡੈਫੀਸ਼ੀਟ ਹੋ ਜਾਣਾ ਹੈ। ਸੇਖੋਂ ਸਾਹਿਬ, ਤੁਹਾਡੇ ਸਮੇਂ ਲਈ ਧੰਨਵਾਦ। ਮੇਰੇ ਕੋਲ ਸਮਾਂ ਇੰਨਾ ਹੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਪਹਿਲੀ ਵਾਰ ਅੱਜ ਸ਼ੇਰੇ ਪੰਜਾਬ ਤੇ ਮੇਰੇ ਨਾਲ ਸ਼ਾਮਲ ਹੋਏ ਹੋ। ਤੁਸੀਂ ਕਮਿਊਨਿਟੀ ਐਕਟਿਵਿਸਟ ਦੇ ਤੌਰ ਤੇ ਕੰਮ ਕਰਦੇ ਹੋ, ਲਗਾਤਾਰ ਕਰਦੇ ਹੋ, ਅਨਕੰਡੀਸ਼ਨਲ ਕਰਦੇ ਹੋ। ਇਹਦੇ ਲਈ ਤੁਹਾਨੂੰ ਸ਼ੁਭ ਸ਼ਾਮਾਂ। ਫਿਰ ਕਿਸੇ ਦਿਨ ਖੁੱਲ੍ਹ ਕੇ ਗੱਲਬਾਤ ਹੋਏਗੀ, ਸਟੂਡੀਓ 'ਚ ਤੁਹਾਨੂੰ ਸੱਦਾਂਗਾ, ਬੈਠ ਕੇ ਗੱਲਬਾਤ ਕਰਾਂਗੇ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ। ਸੋ ਪ੍ਰਿਤਪਾਲ ਸਿੰਘ ਸੇਖੋਂ ਕਮਿਊਨਿਟੀ ਐਕਟਿਵਿਸਟ ਨੇ, ਕੰਮ ਕਰਦੇ ਨੇ, ਉਹ ਮਿਹਨਤ ਕਰਦੇ ਨੇ ਕਿ ਕਿਹੜੀਆਂ ਚੀਜ਼ਾਂ ਇੱਥੇ ਹੋਣੀਆਂ ਚਾਹੀਦੀਆਂ, ਸੁਸਾਇਟੀ ਕਿਹੜੀਆਂ ਚੀਜ਼ਾਂ 'ਚੋਂ ਲੰਘੇ। ਇੱਕ ਆਮ ਬਿੱਲ ਦੀ ਵੋਟ ਨੂੰ ਕੌਨਫੀਡੈਂਸ ਦੇ ਵਿੱਚ, ਜਦ ਕੌਨਫੀਡੈਂਸ ਵੋਟ ਦੇ ਵਿੱਚ ਲਿਬਰਲ ਲੈ ਗਏ ਤਾਂ ਉਹਨਾਂ ਨੇ ਇਸ 'ਤੇ ਸਰਕਾਰ ਡਿੱਗ ਸਕਦੀ ਹੈ, ਪਰ ਕੀ ਹੁਣ ਡਿੱਗੇਗੀ ਜਾਂ ਬਜਟ 'ਤੇ ਜਾ ਕੇ ਡਿੱਗੇਗੀ, ਇਹ ਸਮਾਂ ਦੱਸੇਗਾ। ਮੁੜ ਕੇ ਆਇਆ ਹੁਣੇ। ਇਹ ਸੀ ਅੱਜ ਦਾ ਹਰਜੀਤ ਸਿੰਘ ਗਿੱਲ ਸ਼ੋਅ। ਤੁਹਾਡੇ ਲਈ ਅੱਡ ਵਿਸ਼ਿਆਂ 'ਤੇ ਆਪਾਂ ਗੱਲਬਾਤ ਕੀਤੀ ਹੈ। ਰਾਜਨੀਤਿਕ ਹਾਲਤ ਬੜੇ ਜਲਦੀ ਨਾਲ ਬਦਲ ਰਹੇ ਨੇ। ਓਟਵਾ ਦੇ ਵਿੱਚ ਇਲੈਕਸ਼ਨ ਦੀ ਤਿਆਰੀ ਹੈ। ਟਰੂਡੋ ਨੂੰ ਇਹ ਆ ਵੀ ਮੇਰਾ ਹੱਥ ਉੱਪਰ ਹੈ, ਲੋਕਾਂ ਨੂੰ ਪੈਸੇ ਬਹੁਤ ਵੰਡੇ ਨੇ, ਪਰ ਉਹ ਪੈਸਿਆਂ ਦੀ ਕੀਮਤ, ਡਾਲਰਾਂ ਦੀ ਕੀਮਤ ਕਿ $1 ਟ੍ਰਿਲੀਅਨ ਦੇ ਕਰੀਬ ਦੇਸ਼ ਡੈਟ ਦੇ ਵਿੱਚ ਹੈ, ਇਸ 'ਤੇ ਚਰਚਾ ਹੁੰਦੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਕੱਲ੍ਹ ਨੂੰ ਫਿਰ 9 ਵਜੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੋਏਗੀ। ਤੇ ਨਾਲ ਬੇਨਤੀ ਕਰਾਂ ਕਿ ਅਵੇਅਰ ਰਿਹਾ ਕਰੋ। ਕੋਸ਼ਿਸ਼ ਸਾਨੂੰ ਪਤਾ ਹੋਣੀ ਚਾਹੀਦੀ ਹੈ ਕੀ ਚੱਲ ਰਿਹਾ ਆਲੇ ਦੁਆਲੇ ਤੇ ਕੀ ਕੰਮ ਹੋਣੇ ਚਾਹੀਦੇ ਨੇ। ਰੱਬ ਰਾਖਾ।